गावो करते का, निमख सिमरत जित छूटै। वाहे गुरु जी। बिलावल महला तीजा। पूरा थाट बनाया पूरे, वेखो एक समाना। इस परपंच मह साचे नाम की वड्याई, मत को धरो गुमाना। सतगुर की जिसनु मत आवे, सो सतगुर माहे समाना। एह बाणी जो जियो जाने, तिस अंतर रवै हर नामा। रहाओ। चौह जुगां का हुन नबेड़ा, नर मनुखानो एक निधाना। जात संजम तीरथ ओना जुगां का धर्म है, कल मह कीरत हर नामा। जुग जुग आपो अपना धर्म है, सोध देखो वेद पुराना। गुरमुख जिनी ते आया हर हर, जग ते पूरे परवाना। कहत नानक सच्चे स्यों प्रीत लाए, चूकै मन अभिमाना। कहत सुनत सभे सुख पावे हैं, मानत पाहे निधाना। वाहेगुरु जी का खालसा, वाहेगुरु जी की फतेह। छेवें पातशाह धन धन श्री गुरु हरगोबिंद साहिब जी महाराज जी दे पावन पवित्र सथाना विखे श्री गुरु ग्रंथ साहिब जी महाराज जी दी पावन हजूरी विच जुड़ मिल बैठी गुरु प्यारी साध संगत जी बिलावल राग विच तीसरे पातशाह धन धन श्री गुरु अमरदास साहिब जी महाराज जी का बख्शिश किया होया ये पावन पवित्र शब्द आपां सरवण किया है। शब्द दियां रहाओ वालियां पंक्तियां ने। सतगुर की जिसनू मत आवे, सो सतगुर माहे समाना। यह बाणी जो जियो जाने, तिस अंतर रवै हर नामा। रहाओ। जिसनू सतगुरु दी मत आ जावे, ਉਹ ਸਤਿਗੁਰੂ ਜੀ ਦੇ ਵਿੱਚ ਹੀ ਸਮਾ ਜਾਂਦਾ। ਭਾਵ ਉਹਦੇ ਵਿੱਚ ਤੇ ਗੁਰੂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅੰਤਰ ਭਿੰਨ ਭੇਦ ਫਰਕ ਨਹੀਂ ਰਹਿ ਜਾਂਦਾ। ਜੇ ਗੱਲ ਕਰੀਏ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਆਪਣੀ, ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਬਾਸਰ ਕੇ ਗਿੱਲਾਂ, ਉੱਥੋਂ ਦੇ ਰਹਿਣ ਵਾਲੇ ਸੀ। ਜ਼ਿਮੀਂਦਾਰਾ ਕੰਮ ਕਰਦੇ ਸੀ, ਖੇਤੀਬਾੜੀ ਕਰਦਿਆਂ ਕਈ ਸਾਲ ਲੰਘ ਗਏ, ਵਿਆਹ ਹੋਇਆ, ਬਾਲ ਬੱਚੇ ਹੋਏ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅਜੇ ਗੁਰੂ ਨਹੀਂ ਬਣੇ, ਅਜੇ ਬਾਬਾ ਅਮਰਦਾਸ ਹਨ। ਤੇ ਘਰ ਦੇ ਵਿੱਚ ਦੋ ਬੇਟੀਆਂ ਨੇ, ਬੀਬੀ ਦਾਨੀ ਜੀ, ਬੀਬੀ ਭਾਨੀ ਜੀ, ਤੇ ਪੁੱਤਰ ਨੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ। 4 ਬੱਚੇ ਖੇਤੀਬਾੜੀ ਦਾ ਕੰਮ ਕਰਦੇ ਨੇ। ਇਸ ਤਰ੍ਹਾਂ ਘਰ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਸੀ। ਇੱਕ ਦਿਨ ਮਨ ਦੇ ਵਿੱਚ ਖਿਆਲ ਆਇਆ, ਮਨਾ ਤੂੰ ਸਾਰੀ ਜ਼ਿੰਦਗੀ ਖੇਤੀਬਾੜੀ ਹੀ ਕਰਦਾ ਰਵੇਂਗਾ, ਇਹ ਬਾਲ ਬੱਚੇ ਪਾਲਣੇ ਪੋਸ਼ਣੇ ਇਹ ਤੇ ਪਸ਼ੂ ਪੰਛੀ ਜਾਨਵਰ ਵੀ ਕਰਦੇ ਨੇ।
ਇਹਨਾਂ ਸਾਰਿਆਂ ਤੋਂ ਕੁਝ ਹਟ ਕੇ ਕਰ। ਤੇਰੀ ਜ਼ਿੰਦਗੀ ਦਾ ਉਦੇਸ਼, ਤੇਰੀ ਜ਼ਿੰਦਗੀ ਦਾ ਨਿਸ਼ਾਨਾ ਇਹ ਨਹੀਂ ਹੈ, ਫਿਰ ਮੈਂ ਕੀ ਕਰਾਂ? ਤੇ ਬੰਦਾ ਉਹੀ ਕੁਝ ਕਰਦਾ ਜੋ ਆਪਣੇ ਆਲੇ ਦੁਆਲੇ ਵੇਖਦਾ। ਕੋਈ ਧਾਰਮਿਕ ਕੰਮ ਕਰਾਂ, ਧਾਰਮਿਕ ਕੰਮ ਮਨ ਵਿੱਚ ਸੋਚ ਲਿਆ, ਆਪਣੇ ਆਲੇ ਦੁਆਲੇ ਨਜ਼ਰ ਮਾਰੀ ਵੀ ਲੋਕੀ ਕਿੱਦਾਂ ਦੇ ਧਾਰਮਿਕ ਕੰਮ ਕਰਦੇ ਆ। ਇਹੀ ਕੰਮ ਕਰਦੇ ਨਾ ਵੀ ਜੇ ਜੋ ਕੁਛ ਆਪਾਂ ਵੇਖਦੇ ਆ। ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਗੁਟਕਾ ਸਾਹਿਬ ਫੜ ਕੇ ਪਾਠ ਕਰਨਾ ਚਾਹੀਦਾ। ਸਾਨੂੰ ਇਸ ਤਰ੍ਹਾਂ ਦਿਖਾਈ ਦਿੰਦਾ, ਅਸੀਂ ਵੀ ਲੱਗ ਜਾਂਦੇ ਹਾਂ। ਬੇਸ਼ੱਕ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਵੀ ਗੁਰਦੁਆਰੇ ਆਣ ਕੇ ਜਿਹੜਾ ਕੰਮ ਹੋ ਰਿਹਾ ਹੋਵੇ ਉਹ ਸੁਣੋ। ਜੇ ਉੱਥੇ ਕੀਰਤਨ ਹੋ ਰਿਹਾ ਕੀਰਤਨ ਸੁਣੋ, ਜੇ ਉੱਥੇ ਕਥਾ ਹੋ ਰਹੀ ਹੈ ਕਥਾ ਸੁਣੋ। ਤੁਸੀਂ ਉੱਥੇ ਆਪੋ ਆਪਣੇ ਗੁਟਕੇ ਸਾਹਿਬ ਖੋਲ ਕੇ ਬਹਿ ਜਾਂਦੇ ਹੋ। ਗੁਰਦੁਆਰਾ ਸਾਹਿਬ ਇੱਕ ਤਰ੍ਹਾਂ ਦਾ ਸਕੂਲ ਹੁੰਦਾ ਵਾ। ਸਕੂਲ ਦੇ ਵਿੱਚ ਮਾਸਟਰ ਪੰਜਾਬੀ ਪੜ੍ਹਾ ਰਿਹਾ ਹੋਵੇ, ਤੁਸੀਂ ਉੱਥੇ ਮੈਥ ਦੀ ਕਿਤਾਬ ਕੱਢ ਕੇ ਬਹਿ ਜਾਓ। ਨਾ ਤੁਹਾਨੂੰ ਮੈਥ ਸਮਝ 'ਚ ਆਉਣਾ, ਨਾ ਪੰਜਾਬੀ, ਕਨਫਿਊਜ਼ਨ ਪੈਦਾ ਹੋ ਜਾਏਗੀ। ਇਸ ਵਾਸਤੇ ਜਿਹੜਾ ਕੰਮ ਚੱਲ ਰਿਹਾ ਹੋਵੇ ਉਹਦੇ ਨਾਲ ਹੀ ਸਾਨੂੰ ਚੱਲਣਾ ਚਾਹੀਦਾ। ਉਹਦੇ ਨਾਲ ਅਸੀਂ ਜ਼ਿਆਦਾ ਲਾਭ ਪ੍ਰਾਪਤ ਕਰ ਸਕਦੇ ਹਾਂ। ਇਹ ਹੈ ਸਾਰਾ ਕੁਝ ਪਰਮਾਤਮਾ ਦੀ ਭਗਤੀ ਆ। ਰੱਬ ਜੀ ਨੂੰ ਯਾਦ ਕਰਨ ਦੇ ਸਾਰੇ ਤਰੀਕੇ ਹੀ ਨੇ। ਭਾਵੇਂ ਕੋਈ ਗੁਰਬਾਣੀ ਦਾ ਪਾਠ ਕਰੇ, ਭਾਵੇਂ ਕੀਰਤਨ ਕਰੇ, ਭਾਵੇਂ ਕਥਾ ਹੁੰਦੀ ਹੋਵੇ, ਸਾਰੇ ਤਰੀਕਿਆਂ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਹੀ ਕਰਨਾ ਹੁੰਦਾ। ਤੋ ਕਹਿਣ ਦਾ ਭਾਵ ਜੋ ਕੁਝ ਅਸੀਂ ਆਪਣੇ ਦੁਆਲੇ ਵੇਖਦੇ ਅਸੀਂ ਉਹੀ ਕੁਝ ਕਰਨ ਲੱਗ ਜਾਂਦੇ ਹਾਂ। ਹੁਣ ਬਾਬਾ ਅਮਰਦਾਸ ਜੀ ਨੇ ਵੇਖਿਆ ਵੀ ਲੋਕੀ ਮੇਰੇ ਆਲੇ ਦੁਆਲੇ ਕੀ ਕਰਦੇ ਨੇ, ਧਾਰਮਿਕ ਕੰਮ ਮੈਂ ਕਿਹੜੇ ਕਰਾਂ? ਗੰਗਾ ਦਾ ਇਸ਼ਨਾਨ। ਉਹ ਕਹਿੰਦੇ ਬਹੁਤ ਚੰਗਾ ਹੁੰਦਾ ਗੰਗਾ ਦਾ ਇਸ਼ਨਾਨ। ਬਾਬਾ ਅਮਰਦਾਸ ਜੀ ਨੇ ਗੰਗਾ ਦਾ ਇਸ਼ਨਾਨ ਕਰਨ ਦੇ ਬਾਰੇ ਪਲੈਨਿੰਗ ਬਣਾ ਲਈ ਵੀ ਮੈਂ ਹਰ ਸਾਲ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਜਾਇਆ ਕਰਾਂਗਾ। ਜਾਣ ਲੱਗ ਪਏ। ਪਤਾ ਜੇ ਕਿੰਨੇ ਸਾਲ ਜਾਂਦੇ ਰਹੇ? 20 ਸਾਲ ਲਗਾਤਾਰ। ਜਦੋਂ ਫਸਲਾਂ ਇਤਿਆਦਿਕ ਬੀਜ ਕੇ, ਕਣਕਾਂ ਇਤਿਆਦਿਕ ਬੀਜ ਕੇ ਫ੍ਰੀ ਹੋਣਾ, ਚਲੋ ਹੁਣ ਗੰਗਾ ਦਾ ਇਸ਼ਨਾਨ ਕਰ ਆਈਏ, ਉਧਰ ਨੂੰ ਤੁਰ ਪੈਣਾ। ਪੁਰਾਣੇ ਸਮੇਂ 'ਚ ਆਵਾਜਾਈ ਦੇ ਸਾਧਨ ਕੋਈ ਨਹੀਂ ਸੀ। ਦਾਨ ਪੁੰਨ ਕਰ ਦੇਣਾ। ਇਹਦੇ ਵਿੱਚ ਸੋਚਣਾ ਵੀ ਹਾਂ ਹੁਣ ਠੀਕ ਆ, ਹੁਣ ਮੈਂ ਗ੍ਰਸਤੀ ਵੀ ਪੂਰਾ ਹਾਂ, ਖੇਤੀਬਾੜੀ ਵੀ ਕਰਦਾ ਹਾਂ, ਬਾਲ ਬੱਚੇ ਵੀ ਪਾਲਦਾ ਹਾਂ, ਨਾਲੇ ਗੰਗਾ ਦਾ ਇਸ਼ਨਾਨ ਵੀ ਕਰਦਾ। ਹੁਣ ਮੇਰੇ ਜੀਵਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿ ਗਈ। ਇੱਕ ਵਾਰੀ ਆਪ ਸੰਗਤ ਨੂੰ ਪਤਾ ਹੀ ਆ ਵੀ ਰਸਤੇ ਦੇ ਵਿੱਚ ਇੱਕ ਵੈਸ਼ਨੂ ਸਾਧੂ ਮਿਲ ਗਿਆ। ਉਹਦੇ ਨਾਲ ਗੱਲਬਾਤ ਹੋਈ, ਉਹਨੂੰ ਆਪਣੇ ਘਰ ਲੈ ਆਏ। ਗਰਮੀਆਂ ਦੇ ਦਿਨ ਸੀ। ਘਰ ਵਾਲਿਆਂ ਨੇ ਕੋਠੇ ਦੇ ਉੱਤੇ ਮੰਜੇ ਡਾਹ ਦਿੱਤੇ, ਭੋਜਨ ਪ੍ਰਸ਼ਾਦਾ ਛਕਿਆ। ਰਾਤ ਨੂੰ ਗੱਲਬਾਤ ਹੋਣ ਲੱਗੀ। ਹੋਰ ਤੇ ਬਥੇਰੀਆਂ ਗੱਲਾਂ ਬਾਤਾਂ ਰਾਹ 'ਚ ਹੀ ਹੋਈਆਂ ਸੀ। ਇੱਕ ਗੱਲ ਰਹਿ ਗਈ ਸੀ, ਉਹ ਸਾਧੂ ਦੇ ਕੋਲੋਂ ਵੀ ਗਲਤੀ ਹੋ ਗਈ, ਉਹਨੇ ਪਹਿਲਾਂ ਨਾ ਪੁੱਛਿਆ। ਕਹਿਣ ਲੱਗਾ ਜੀ ਬੜੇ ਤੁਸੀਂ ਵਧੀਆ ਬੰਦੇ ਹੋ, ਬੜੇ ਨੇਕ ਇਨਸਾਨ ਹੋ, ਮੈਨੂੰ ਇਹ ਦੱਸੋ ਤੁਸੀਂ ਗੁਰੂ ਕਿਹਨੂੰ ਧਾਰਨ ਕੀਤਾ? ਬਾਬਾ ਅਮਰਦਾਸ ਜੀ ਕਹਿਣ ਲੱਗੇ ਜੀ ਉਹ ਤੇ ਮੈਂ ਜੇ ਧਾਰਨ ਕਰਨਾ। ਵੈਸ਼ਨੂ ਸਾਧੂ ਨੇ ਮੱਥੇ ਤੇ ਹੱਥ ਮਾਰਿਆ, ਮੈਂ ਤੇ ਸਾਰਾ ਹੀ ਜਨਮ ਆਪਣਾ ਵਿਅਰਥ ਗਵਾ ਲਿਆ। ਇੱਕ ਨਿਗੁਰੇ ਬੰਦੇ ਦੀ ਸੰਗਤ ਕਰਦਾ ਰਿਹਾ ਮੈਂ ਤਾਂ। ਚੱਲ ਮਨਾ ਇੱਥੋਂ ਚੁੱਕ ਆਪਣਾ ਬੋਰੀ ਬਿਸਤਰਾ, ਚੱਲ। ਉਹ ਜਿਹੜੇ ਲੀੜੇ ਕੱਪੜੇ ਸੀ ਇਕੱਠੇ ਕੀਤੇ, ਕੋਠੇ ਨੂੰ ਪੌੜੀ ਲੱਗੀ ਸੀ, ਡੰਡਾ ਡੰਡਾ ਉਤਰਦੇ ਦਰਵਾਜ਼ੇ ਵੱਲ ਨੂੰ ਤੁਰ ਗਏ। ਬਾਬਾ ਅਮਰਦਾਸ ਜੀ ਆਵਾਜ਼ਾਂ ਮਾਰਦੇ ਰਹਿ ਗਏ ਵੀ ਸਾਧੂ ਜੀ ਇਹੋ ਜਿਹੇ ਖੋ ਪੀਏ ਹਨੇਰੇ ਰਾਤ ਕਿੱਥੇ ਜਾਓਗੇ? ਉਹ ਕਹਿਣ ਲੱਗਾ ਜਿੱਥੇ ਮਰਜ਼ੀ ਜਾਵਾਂ, ਗੁਰੇ ਬੰਦੇ ਕੋਲ ਥੋੜ੍ਹੀ ਰਹਿਣਾ। ਵੈਸ਼ਨੂ ਸਾਧੂ ਚਲਿਆ ਗਿਆ। ਮਨ ਨੂੰ ਬੜੀ ਠੇਸ ਲੱਗੀ। ਮਨਾ 20 ਸਾਲ ਕਰਦਾ ਰਿਹਾ ਗੰਗਾ ਦਾ ਇਸ਼ਨਾਨ, ਗੁਰੂ ਵਾਲਾ ਅਜੇ ਬਣਿਆ ਹੀ ਨਹੀਂ, ਅਜੇ ਫਰਕ ਹੀ ਕੋਈ ਨਹੀਂ ਪਿਆ। ਵੇਖੋ ਕਿੰਨੀਆਂ ਵੱਡੀਆਂ ਉਦਾਹਰਨਾਂ ਇਤਿਹਾਸ ਵਿੱਚ ਸਾਡੇ ਸਾਹਮਣੇ ਹਾਜ਼ਰ ਨੇ। 20 ਸਾਲ ਕਰਦਾ ਰਿਹਾ ਗੰਗਾ ਦਾ ਇਸ਼ਨਾਨ, ਅਸਰ ਅਜੇ ਤੱਕ ਕੋਈ ਵੀ ਨਹੀਂ ਹੋਇਆ। ਸਾਧ ਸੰਗਤ ਜੀ ਇਸ ਤਰ੍ਹਾਂ ਅਸਰ ਨਹੀਂ ਹੁੰਦਾ। ਭਾਵੇਂ 20 ਸਾਲ ਛੱਡ ਕੇ ਭਾਵੇਂ 40 ਸਾਲ ਇਸ਼ਨਾਨ ਕਰਦੇ ਰਹੀਏ। ਅਸੀਂ 3 ਭਰਾਵਾਂ ਵਿੱਚੋਂ ਇੱਕ ਸਾਡਾ ਬਚਪਨ ਤੋਂ ਹੀ ਛੋਟਾ ਬਿਮਾਰ ਬੜਾ ਰਹਿੰਦਾ ਸੀ। ਉਹਦੇ ਤਰਨ ਤਾਰਨ ਲਾਗੇ ਸਾਡਾ ਦਰਬਾਰ ਸਾਹਿਬ ਲਾਗੇ ਉੱਥੇ ਪਿੰਡ ਆ। ਉਹ ਘਰ ਵਾਲਿਆਂ ਨੇ ਸੋਚਿਆ ਵੀ ਠੀਕ ਨਹੀਂ ਰਹਿੰਦਾ, ਇਹਦੀਆਂ ਮੱਸਿਆ ਸੁੱਖ ਦਿਓ ਸਾਰੀ ਜ਼ਿੰਦਗੀ ਦੀਆਂ। ਉਹਦੀਆਂ ਸਾਰੀ ਜ਼ਿੰਦਗੀ ਦੀਆਂ ਮੱਸਿਆ ਸੁੱਖ ਦਿੱਤੀਆਂ।
ਵੀ ਮਹਾਰਾਜ ਹਰ ਮੱਸਿਆ ਨਹਾਉਣ ਆਇਆ ਕਰੂ। ਪਹਿਲਾਂ ਉਹਨੂੰ ਘਰ ਵਾਲੇ ਲੈ ਜਾਂਦੇ ਸੀ, ਮੈਂ ਰਹਿ ਜਾਂਦਾ ਸੀ ਜਿੱਦਾਂ ਨਿਆਣੇ, ਵੀ ਮੈਂ ਸ਼ਹਿਰ ਜਾਣ ਤੋਂ ਰਹਿ ਗਿਆ, ਇਹ ਚਲਿਆ ਗਿਆ। ਮੈਂ ਬਥੇਰਾ ਰੋਇਆ ਕਲਪਿਆ ਕਰਨਾ ਵੀ ਮੈਨੂੰ ਵੀ ਲੈ ਜਾਓ। ਕਹਿੰਦੇ ਤੇਰੀਆਂ ਸੁੱਖੀਆਂ ਨਹੀਂ, ਤੈਨੂੰ ਕਿੱਥੋਂ ਖੜੀਏ। ਉਹ ਸੁੱਖੀਆਂ ਵੱਡੇ ਦੀਆਂ ਵਾ। ਉਹਨੇ ਹਰ ਮੱਸਿਆ ਨਹਾਇਆ ਕਰਨਾ, ਨਾਲੇ ਉਹਨੇ ਸ਼ਹਿਰ ਵੇਖ ਆਇਆ ਕਰਨਾ। ਲਓ ਜੀ, ਉਹਨੂੰ ਹੁਣ ਮੱਸਿਆ ਨਹਾਉਂਦਿਆਂ ਅੱਜ 45 ਸਾਲ ਹੋ ਗਏ ਹੋਣੇ ਆ। ਮੱਸਿਆ ਜਾਣ ਤੋਂ ਪਹਿਲਾਂ ਉਹ ਦਾੜੀ ਕੇਸ ਕਟਾ ਲੈਂਦਾ ਤੇ ਸ਼ਰਾਬ ਪਿਆਲਾ ਪੂਰਾ ਪੀਂਦਾ। ਉਹ ਸ਼ਰਾਬ ਪੀ ਪੀ ਕੇ ਕਈ ਤਰ੍ਹਾਂ ਦੇ ਰੋਗ ਲੱਗੇ, ਪਰ ਮੱਸਿਆ ਕੋਈ ਨਹੀਂ ਛੱਡਦਾ। ਉਹ ਕਿਰਾਇਆ ਨਾ ਕੋਲ ਹੋਵੇ ਸਾਈਕਲ ਤੇ ਚਲੇ ਜਾਂਦਾ, ਫਰਕ ਕੋਈ ਨਹੀਂ ਪਿਆ। ਮੈਂ ਉਹਨੂੰ ਸਮਝਾਉਂਦਾ ਹੁੰਦਾ, ਉੱਥੇ ਮੱਸਿਆ ਤੇ ਜਿਹੜਾ ਦੀਵਾਨ ਲੱਗਿਆ ਕਿਤੇ ਅੱਧਾ ਘੰਟਾ ਉੱਥੇ ਬਹਿ ਆਇਆ ਕਰ। ਤੂੰ ਸਿਰਫ ਚੁੱਭਾ ਮਾਰਨ ਤੱਕ ਹੀ ਕੰਮ ਸੀਮਤ ਰੱਖਿਆ, ਵੀ ਜਾਣਾ ਚੁੱਭਾ ਮਾਰ ਕੇ ਵਾਪਸ ਆ ਜਾਣਾ, ਆਣ ਕੇ ਆਪਣੇ ਕੰਮ ਧੰਦੇ ਕਰਨੇ। ਲਓ ਜੀ, ਮੱਸਿਆ ਨਹਾਤੀ ਗਈ। ਇਸ ਤਰ੍ਹਾਂ ਮੱਸਿਆ ਥੋੜ੍ਹੀ ਨਹਾਤੀ ਜਾਂਦੀ ਆ। ਉਹਦੇ ਗੁਰੂ ਦਾ ਸ਼ਬਦ ਸੁਣੀਦਾ, ਗੁਰੂ ਦੀ ਵਿਚਾਰ ਸੁਣੀਦੀ ਆ। ਬਾਬਾ ਅਮਰਦਾਸ ਜੀ 20 ਸਾਲ ਗੰਗਾ ਦਾ ਇਸ਼ਨਾਨ ਕਰਦੇ ਰਹੇ, ਤਾਂ ਵੀ ਇਸ ਯੋਗ ਨਾ ਹੋਏ ਵੀ ਉਹਨਾਂ ਦੇ ਕੋਲ ਕੋਈ ਵੈਸ਼ਨੂ ਸਾਧੂ ਬਹਿ ਕੇ ਭੋਜਨ ਪ੍ਰਸ਼ਾਦਾ ਛਕ ਸਕੇ। ਬੜਾ ਮਨ ਨੂੰ ਦੁੱਖ ਲੱਗਾ। ਮਨਾ ਇਹ ਵੀ ਸਾਰਾ ਕੁਛ ਕੀਤਾ ਕਰਾਇਆ, ਵਿਅਰਥ ਹੀ ਚਲਿਆ ਗਿਆ। ਇਹ ਸਾਰਾ ਕੁਝ ਕੀਤਾ ਕਰਾਇਆ, ਫਿਰ ਐਵੇਂ ਹੀ ਚਲਿਆ ਗਿਆ। ਸਾਰੀ ਰਾਤ ਨੀਂਦ ਨਾ ਆਈ। ਅੰਮ੍ਰਿਤ ਵੇਲੇ ਦੇ ਸਮੇਂ ਸਾਧ ਸੰਗਤ ਜੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ, ਦੂਜੀ ਭੈਣ ਦਾ ਨਾਮ ਬੀਬੀ ਅਨੋਖੀ ਜੀ। ਖਡੂਰ ਸਾਹਿਬ ਦੇ ਵਿੱਚ ਬੀਬੀ ਅਮਰੋ ਜੀ ਦਾ ਖੂਹ ਬਣਿਆ ਹੋਇਆ। ਖਡੂਰ ਸਾਹਿਬ ਵਿਖੇ ਬੀਬੀ ਅਮਰੋ ਜੀ ਦਾ ਖੂਹ ਬਣਿਆ ਹੋਇਆ। ਲੋਕੀ ਉਹਦੇ ਵਿੱਚ ਵੀ ਪੈਸੇ ਸੁੱਟਦੇ ਨੇ, ਵੀ ਭਲੇ ਉਹ ਪੈਸੇ ਪਾਉਣ ਵਾਸਤੇ ਗੋਲਕ ਰੱਖੀ, ਖੂਹ 'ਚ ਕਾਹਦੇ ਲਈ ਸੁੱਟਦੇ ਹੋ। ਉਹ ਬਾਅਦ 'ਚ ਬੰਦਾ ਫਿਰ ਖੂਹ 'ਚ ਉਤਾਰਨਾ ਪੈਂਦਾ, ਫਿਰ ਵਿੱਚੋਂ ਕੱਢਣੇ ਪੈਂਦੇ ਆ। ਭਲੇ ਇਹਨੂੰ ਖੂਹ ਸੁੱਕਾ ਵਾ, ਨੋਟ ਖਰਾਬ ਨਹੀਂ ਹੁੰਦੇ ਨੇ ਤੇ ਕੱਢ ਕੇ ਧੁੱਪੇ ਪਾਉਣੇ ਪੈਣ। ਸਾਡੇ ਲੋਕਾਂ ਨੂੰ ਥਾਂ ਚਾਹੀਦੀ, ਵੀ ਦੱਸੋ ਕਿੱਥੇ ਪੈਸੇ ਸੁੱਟੀਏ। ਸਾਨੂੰ ਥਾਵਾਂ ਨਹੀਂ ਲੱਭਦੀਆਂ। ਤੇ ਉਹ ਖੂਹ ਬੀਬੀ ਅਮਰੋ ਜੀ ਦਾ ਖਡੂਰ ਸਾਹਿਬ ਵਿਖੇ ਬਣਿਆ ਹੋਇਆ। ਇਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸਪੁੱਤਰੀ ਸੀ। ਇਹ ਭਾਈ ਜੱਸੂ ਦੇ ਨਾਲ ਵਿਆਹੀ ਹੋਈ ਸੀ। ਭਾਈ ਜੱਸੂ ਬਾਬਾ ਅਮਰਦਾਸ ਜੀ ਦਾ ਭਤੀਜਾ ਸੀ। ਬੀਬੀ ਅਮਰੋ ਬਾਬਾ ਅਮਰਦਾਸ ਜੀ ਦੀ ਭਤੀਜ ਨੌਂ ਸੀ। ਉਹ ਅੰਮ੍ਰਿਤ ਵੇਲੇ ਉੱਠੀ, ਇਸ਼ਨਾਨ ਪਾਣੀ ਕੀਤਾ, ਉਹਨੇ ਦੁੱਧ ਰਿੜਕਣਾ ਪਾਇਆ। ਨਾਲੇ ਦੁੱਧ ਰਿੜਕੇ ਤੇ ਨਾਲੇ ਸਾਧ ਸੰਗਤ ਜੀ ਗੁਰਬਾਣੀ ਦੇ ਸ਼ਬਦ ਪੜ੍ਹੇ। ਸਾਡੇ ਵਾਂਗੂ ਥੋੜੀ ਵੀ ਨਾਲੇ ਰਸੋਈ 'ਚ ਕੰਮ ਕਰੇ ਤੇ ਨਾਲੇ LED 'ਚ ਸੀਰੀਅਲ ਲਾਇਆ, ਉੱਥੇ ਗੀਤ ਲਾਇਆ 24 ਘੰਟੇ, ਜਿੱਥੇ ਗਾਣੇ ਚੱਲੀ ਜਾਂਦੇ ਆ, ਤੇ ਬੱਚਿਆਂ ਦੇ ਉੱਤੇ ਵੀ ਉਹੋ ਜਿਹਾ ਅਸਰ ਹੋਣਾ। ਉਹ ਗੁਰਬਾਣੀ ਪੜ੍ਹੇ ਨਾਲ। ਉਹਨੇ ਜਦੋਂ ਸਾਧ ਸੰਗਤ ਜੀ ਦੁੱਧ ਰਿੜਕਿਆ ਤੇ ਨਾਲ ਦੀ ਨਾਲ ਉਹਨੇ ਸ਼ਬਦ ਪੜ੍ਹਿਆ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ। ਬੜੇ ਪਿਆਰ ਨਾਲ ਵੇਖੋ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟ ਸਦੇਹਾ। ਬਾਬਾ ਅਮਰਦਾਸ ਜੀ ਨੇ ਸੁਣਿਆ ਸ਼ਬਦ, ਇੱਕ ਪਾਸੇ ਲੁਕ ਕੇ ਸ਼ਬਦ ਸੁਣਿਆ। ਲੁਕ ਕੇ ਕਿਉਂ ਸੁਣਿਆ? ਨੌਂ ਆ ਸਾਡੀ, ਸ਼ਬਦ ਪੜ੍ਹਦੀ ਆ ਤੇ ਕਿਧਰੇ ਮੈਨੂੰ ਵੇਖ ਕੇ ਪੜ੍ਹਨਾ ਬੰਦ ਹੀ ਨਾ ਕਰ ਦੇਵੇ, ਜਿਵੇਂ ਬੱਚੇ ਸੰਗ ਜਾਂਦੇ ਆ, ਕਿਧਰੇ ਬੰਦ ਨਾ ਕਰ ਦੇਵੇ ਸ਼ਬਦ ਪੜ੍ਹਨਾ। ਸੁਣਿਆ, ਜਦੋਂ ਸ਼ਬਦ ਸੁਣਿਆ ਤੇ ਸਮਾਪਤੀ ਹੋਈ ਤੇ ਬਾਬਾ ਅਮਰਦਾਸ ਜੀ ਨੇ ਹੱਥ ਜੋੜੇ ਕਹਿਣ ਲੱਗੇ ਵੀ ਪੁੱਤਰ ਬੱਚੀ, ਏਡਾ ਸੋਹਣਾ ਸ਼ਬਦ ਪੜ੍ਹਿਆ, ਇਹ ਤੇ ਲੱਗਦਾ ਜਿੱਦਾਂ ਮੇਰੇ ਹੀ ਮਨ ਦੀ ਹਾਲਤ ਹੋਵੇ। ਮੇਰੇ ਅੰਦਰ ਵੀ ਇਹੀ ਕੁਝ ਚੱਲ ਰਿਹਾ, ਮੇਰਾ ਵੀ ਮਨ ਸੜਿਆ ਹੋਇਆ ਤੇ ਗੁਰੂ ਵਾਲਾ ਮੈਂ ਬਣਿਆ ਨਹੀਂ। ਇਹ ਸ਼ਬਦ ਕਿਹੜੇ ਗੁਰੂ ਜੀ ਦਾ? ਇਹ ਜੀ ਸ੍ਰੀ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਉਹ ਪੁੱਤਰ ਕਿੱਥੇ ਵੱਸਦੇ ਨੇ, ਮੈਂ ਉਹਨਾਂ ਦੇ ਦਰਸ਼ਨ ਦਿਦਾਰੇ ਕਰਾਂ,
ਉਹ ਤੇ ਜੀ ਜੋਤੀ ਜੋਤ ਸਮਾ ਗਏ ਨੇ। ਫਿਰ ਹੁਣ ਉਹਨਾਂ ਦੀ ਥਾਂ ਦੇ ਉੱਤੇ ਮੇਰੇ ਪਿਤਾ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਖਡੂਰ ਸਾਹਿਬ ਵਿਖੇ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਨੇ। ਫਿਰ ਬੇਟੀ ਮੈਨੂੰ ਉਹਨਾਂ ਦੇ ਦਰਸ਼ਨ ਕਰਵਾ ਲਿਆ। ਮੈਂ ਬਾਬਾ ਜੀ ਜਾ ਨਹੀਂ ਸਕਦੀ। ਮੇਰੇ ਪਿਤਾ ਜੀ ਨੇ ਮੈਨੂੰ ਸਮਝਾਇਆ ਵੀ ਪੁੱਤਰੀ ਸਹੁਰੇ ਘਰ ਵਿੱਚ ਆਪਣਾ ਜੀ ਲਾਵੀਂ, ਆਪਣੇ ਸੱਸ ਸਹੁਰੇ ਨੂੰ ਆਪਣੇ ਮਾਤਾ ਪਿਤਾ ਸਮਝੀ। ਉੱਥੇ ਜਿਹੜੇ ਬੱਚੇ ਤੇਰੇ ਦੇਰ ਜੇਠ ਭੈਣ ਭਰਾ ਉਹਨਾਂ ਨੂੰ ਆਪਣੇ ਪਰਿਵਾਰ ਦੇ ਮੈਂਬਰ ਸਮਝੀ। ਇਹ ਨਹੀਂ ਵੀ ਤੀਸਰੇ ਦਿਨ ਚੁੱਕਿਆ ਝੋਲਾ ਤੇ ਮੈਂ ਪੇਕੇ ਚੱਲੀ। ਏਦਾਂ ਪੁੱਤਰ ਘਰ ਨਹੀਂ ਵੱਸਦੇ ਹੁੰਦੇ। ਬੇਟੀ ਜਦੋਂ ਲੋੜ ਹੋਏਗੀ ਨਾ ਅਸੀਂ ਤੈਨੂੰ ਆਪ ਮਿਲਣ ਆ ਜਾਇਆ ਕਰਾਂਗੇ ਜਾਂ ਤੈਨੂੰ ਸੁਨੇਹਾ ਘੱਲ ਦਿਆ ਕਰਾਂਗੇ। ਤੇਰਾ ਸਹੁਰਾ ਘਰ ਹੀ ਤੇਰਾ ਅਸਲ ਪਰਿਵਾਰ ਆ। ਬਾਬਾ ਅਮਰਦਾਸ ਜੀ ਜੇ ਮੈਂ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛੇ ਤੋਂ ਬਿਨਾ ਤੇ ਖਡੂਰ ਸਾਹਿਬ ਚਲੇ ਗਏ, ਮੈਨੂੰ ਨਾਰਾਜ਼ ਹੋਣਗੇ। ਮੈਨੂੰ ਕਹਿਣਗੇ ਪੁੱਤਰ ਤੈਨੂੰ ਸੱਦਿਆ ਹੀ ਨਹੀਂ ਤੇ ਤੂੰ ਕਿਵੇਂ ਆਈ? ਅਜੇ ਤੇ ਤੈਨੂੰ ਥੋੜੇ ਦਿਨ ਹੋਏ ਆਈ ਨੂੰ। ਬਾਬਾ ਅਮਰਦਾਸ ਜੀ ਨੇ ਬੇਨਤੀ ਕੀਤੀ, ਨਹੀਂ ਮੈਂ ਮਾਫੀ ਮੰਗ ਲਾਂਗਾ, ਪਰ ਮੇਰਾ ਦਿਲ ਬੜਾ ਵਿਆਕੁਲ ਹੈ। ਮੈਨੂੰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਵਾ ਕੇ ਲਿਆ। ਚਲੋ ਦੋਨੋਂ ਤਿਆਰ ਹੋਏ, ਖਡੂਰ ਸਾਹਿਬ ਵਿਖੇ ਆਏ। ਆਣ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਦਿਦਾਰੇ ਕੀਤੇ, ਸਤਿਗੁਰੂ ਜੀ ਦੀ ਸੇਵਾ ਕੀਤੀ, ਸਤਿਗੁਰੂ ਜੀ ਦੀ ਮੱਤ ਲਈ। ਸਮਝ ਵਿੱਚ ਆ ਗਿਆ ਵੀ ਅੱਜ ਤੋਂ ਪਹਿਲਾਂ ਜੋ ਕੁਝ ਕੀਤਾ ਉਹ ਸਭ ਗਲਤ ਸੀ। ਅੱਜ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਆ। ਕਿੰਨੇ ਸਾਲ ਦੀ ਉਮਰ 'ਚ ਨਵੀਂ ਜ਼ਿੰਦਗੀ ਸ਼ੁਰੂ ਕਰਨੀ? 62 ਸਾਲ ਦੀ ਉਮਰ 'ਚ। 62 ਸਾਲ। ਇਸ ਤੋਂ ਪਹਿਲਾਂ ਜਿਹੜੇ 60 ਸਾਲ ਐਵੇਂ ਲੰਘ ਗਏ ਆ ਉਹ ਸਾਰੇ ਸਾਫ਼, ਰਿਮੂਵ, ਜੋ ਕੁਝ ਹੋਇਆ ਸਭ ਡਿਲੀਟ, ਖਤਮ। ਨਵੇਂ ਸਿਰੇ ਤੋਂ ਸ਼ੁਰੂ ਕਰਨੀ ਹੁਣ ਗੱਲ, ਨਵੇਂ ਸਿਰੇ ਤੋਂ। ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨੀ ਬੜੀ ਮੁਸ਼ਕਿਲ ਹੁੰਦੀ ਆ। ਜੋ ਕੁਝ ਅਸੀਂ ਪਹਿਲਾਂ ਕੀਤਾ ਹੁੰਦਾ, ਸਾਡੀਆਂ ਬੁਰੀਆਂ ਆਦਤਾਂ, ਸਾਡਾ ਸੁਭਾਅ, ਉਹਨੂੰ ਛੱਡਣ ਵਾਸਤੇ ਅਸੀਂ ਤਿਆਰ ਨਹੀਂ ਹੁੰਦੇ। ਸਾਡੇ ਇੱਕ ਬੰਦਾ ਹੁੰਦਾ ਸੀ ਗੁਰਦੁਆਰੇ 'ਚ ਤੇ ਉਹ ਜਿੱਦ ਕਰਦਾ ਹੁੰਦਾ ਸੀ ਮੈਂ ਮਾਈਕ ਦੇ ਵਿੱਚ ਹੀ ਜਪਜੀ ਸਾਹਿਬ ਦਾ ਪਾਠ ਪੜ੍ਹਨਾ। ਪੜ੍ਹਦਾ ਹੁੰਦਾ ਸੀ ਗਲਤ, ਦਾੜੀ ਵੀ ਰੰਗਦਾ ਸੀ। ਉਹਨੂੰ ਸਮਝਾਇਆ ਇਸ ਤਰ੍ਹਾਂ ਨਹੀਂ ਕਰੀਦਾ ਵੀ ਅੰਮ੍ਰਿਤ ਛਕ ਤੇ ਅਰਬਰ ਤਿਆਰ ਸਿੰਘ ਬਣਨ ਨਾਲੇ ਪਾਠ ਸ਼ੁੱਧ ਕਰਵਾ, ਫਿਰ ਪੜ੍ਹ ਲਿਆ ਕਰੀ। ਉਹਨੇ ਜੀ ਉੱਤੋਂ ਫੋਨ ਕਰਵਾ ਦਿਆ ਕਰਨਾ, ਉੱਤੋਂ ਪ੍ਰੈਸ਼ਰ ਪਵਾ ਦਿਆ ਕਰਨਾ ਮੰਤਰੀਆਂ ਦਾ। ਜਾਣ ਪਛਾਣ ਉਹਦੀ ਚੰਗੀ ਸੀ, ਉਹਨਾਂ ਇਹਨੂੰ ਪਾਠ ਕਿਉਂ ਨਹੀਂ ਕਰਨ ਦਿੰਦੇ, ਸਾਨੂੰ ਫਿਰ ਕਰਾਉਣਾ ਪਿਆ ਕਰਨਾ। ਇੱਕ ਦਿਨ ਮੈਂ ਕੀ ਕੀਤਾ, ਉਹਦੀਆਂ ਗਲਤੀਆਂ ਨੋਟ ਕਰਨੀਆਂ ਸ਼ੁਰੂ ਕੀਤੀਆਂ। ਉਹ ਜਪਜੀ ਸਾਹਿਬ 'ਚ ਨਹੀਂ ਆਉਂਦਾ ਦੇ ਸਾਬੂਨ ਲਈਏ ਉਹ ਧੋਏ, ਉਹ ਪੜ੍ਹਦਾ ਸੀ ਦੇ ਸਾਬਣ ਲਈਏ ਉਹ ਧੋਏ। ਪਤਾ ਨਹੀਂ ਹੋਰ ਕਿੰਨਾ ਕੁਝ ਪੜ੍ਹੀ ਜਾਂਦਾ ਸੀ। ਇੱਕ ਚਿੱਟਾ ਕਾਗਜ਼ ਲੈ ਕੇ ਉਹਨੂੰ 20 ਗਲਤੀਆਂ ਨੋਟ ਕਰ ਦਿੱਤੀਆਂ। ਮੈਂ ਕਿਹਾ ਇੰਨੀਆਂ ਬਹੁਤ ਨੇ, ਬਾਕੀ ਫਿਰ ਤੈਨੂੰ ਦੱਸਾਂਗੇ। ਉਹਨੂੰ ਮੈਂ ਕਾਗਜ਼ ਫੜਾਇਆ, ਜਦੋਂ ਪੜ੍ਹ ਕੇ ਉਤਰਿਆ ਫਿਰ ਉਹ ਕਹਿਣ ਲੱਗਾ ਜੀ ਮੈਨੂੰ ਸਿਖਾ ਦਿਓ। ਮੈਂ ਕਿਹਾ ਚਲੋ। ਮੈਂ ਕਿਹਾ ਉਹ ਬੈਠੋ ਸਿਖਾਈਏ। ਕਹਿੰਦਾ ਇੱਥੇ ਥੋੜ੍ਹੀ ਸਿੱਖਣਾ, ਸੱਚਖੰਡ 'ਚ ਜਾ ਕੇ, ਭਾਵ ਜਿੱਥੇ ਮਹਾਰਾਜ ਦਾ ਸੁੱਖ ਆਸਨ ਕਰੀਦਾ ਉੱਥੇ ਬਹਿ ਕੇ। ਮੈਂ ਕਿਹਾ ਵੀ ਉੱਥੇ ਕਿਉਂ? ਕਹਿਣ ਲੱਗਾ ਵੀ ਇੱਥੇ ਕੋਈ ਵੇਖ ਲਏਗਾ। ਕਿਸੇ ਨੇ ਕਹਿਣਾ ਵੀ 50 ਸਾਲ ਉਮਰ ਹੋ ਗਈ ਤੇ ਜੇ ਜਪਜੀ ਸਾਹਿਬ ਸਿੱਖਣ ਡਿਆ, ਇੱਥੇ ਥੋੜ੍ਹੀ ਸਿੱਖਣਾ। ਗੁਰਦੁਆਰੇ ਵਿੱਚ ਅਲੱਗ ਸੈਪਰੇਟ ਕਮਰੇ 'ਚ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ। ਸਾਡੇ ਅੰਦਰ ਇਹੋ ਜਿਹੀ ਈਗੋ ਆ, ਅਸੀਂ ਸਿੱਖਣਾ ਥੋੜ੍ਹੀ ਚਾਹੁੰਦੇ ਹਾਂ। ਧੰਨ ਨੇ ਬਾਬਾ ਅਮਰਦਾਸ ਜੀ। 60 ਸਾਲ ਦੀ ਉਮਰ ਤੋਂ ਬਾਅਦ ਵੀ ਗੁਰੂ ਧਾਰਨ ਕੀਤਾ ਤੇ ਮੰਨ ਲਿਆ, ਇਸ ਚੀਜ਼ ਨੂੰ ਐਕਸੈਪਟ ਕਰ ਲਿਆ। ਅੱਜ ਤੱਕ ਜੋ ਕੀਤਾ ਗਲਤ ਕੀਤਾ, ਅੱਜ ਤੋਂ ਬਾਅਦ ਸਭ ਕੁਝ ਚੇਂਜ, ਸਭ ਕੁਝ ਮੈਂ ਬਦਲ ਦਿਆਂਗਾ। ਜੋ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜਿਹੜੀ ਮੈਨੂੰ ਸਿੱਖਿਆ ਦੇਣਗੇ ਮੈਂ ਉਸੇ ਦੇ ਉੱਤੇ ਚੱਲਾਂਗਾ। ਸਭ ਗੰਗਾ ਇਤਿਆਦਿਕ ਦਾ ਇਸ਼ਨਾਨ, ਜੋ ਕੁਝ ਪਹਿਲਾਂ ਕਰ ਲਿਆ, ਹੁਣ ਨਹੀਂ। ਹੁਣ ਤੇ ਬਸ ਗੁਰੂ ਸਾਹਿਬ ਜੀ ਦੀ ਸਿੱਖਿਆ ਲਿਆ ਕਰਨੀ ਹੈ। ਗੁਰੂ ਵਾਲੇ ਬਣੇ। ਸਤਿਗੁਰ ਕੀ ਜਿਸ ਨੂੰ ਮੱਤ ਆਵੇ, ਜਿਹੜਾ ਗੁਰੂ ਦੀ ਮੱਤ ਲੈ ਲਵੇ। ਗੁਰੂ ਦੀ ਮੱਤ ਲੈਣ ਵਾਸਤੇ ਮਨ ਦੀ ਮੱਤ ਛੱਡਣੀ ਪੈਂਦੀ ਆ, ਉਹ ਅਸੀਂ ਛੱਡਣ ਵਾਸਤੇ ਤਿਆਰ ਨਹੀਂ ਆ। ਮਨ ਕੀ ਮੱਤ ਤਿਆਗੋ ਹਰ ਜਨ, ਰੱਬ ਦੇ ਪਿਆਰਿਓ
ਆਪਣੇ ਮਨ ਦੀ ਮਤ ਛੱਡੋ। ਹੁਕਮ ਬੂਝ ਸੁਖ ਪਾਈਐ ਰੇ। ਗੁਰੂ ਦੇ ਹੁਕਮ ਨੂੰ ਬੁੱਝਿਆ ਕਰੋ ਤਾਂ ਸੁਖ ਮਿਲਣਾ। ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਜਿਹਨੂੰ ਗੁਰੂ ਦੀ ਮਤ ਆ ਜਾਵੇ ਉਹ ਗੁਰੂ ਸਾਹਿਬ ਜੀ ਦੇ ਵਿੱਚ ਹੀ ਸਮਾ ਜਾਂਦਾ। ਉਹ ਗੁਰੂ ਜੀ ਦੇ ਵਿੱਚ ਹੀ ਸਮਾ ਜਾਂਦਾ। ਇਹ ਸਮਝ ਫੇ ਗੁਰੂ ਦੀ ਸੰਗਤ ਕਰ ਕਰਕੇ ਹੌਲੀ ਹੌਲੀ ਆਉਣੀ ਹੈ ਨਾ। ਹੌਲੀ ਹੌਲੀ ਸੰਗਤ ਗੁਰੂ ਸਾਹਿਬ ਜੀ ਦੀ ਜਦੋਂ ਕਰਾਂਗੇ ਤੇ ਤਾਂ ਹੀ ਗੁਰੂ ਦੀ ਮੱਤ ਆਉਣੀ, ਤਾਂ ਹੀ ਗੁਰੂ ਸਾਹਿਬ ਜੀ ਦੇ ਵਿੱਚ ਸਮਾਵਾਂਗੇ, ਤਾਂ ਹੀ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਾਂਗੇ। ਅਸੀਂ ਗੁਰੂ ਦੇ ਚਰਨਾਂ ਵਿੱਚ ਬੈਠ ਵੀ ਜਾਂਦੇ ਹਾਂ, ਮਨ ਦੀ ਮੱਤ ਅਸੀਂ ਤਾਂ ਵੀ ਨਹੀਂ ਛੱਡਦੇ। ਮਨ ਦੀ ਮੱਤ ਛੱਡਣੀ ਪੈਣੀ ਆ ਤਾਂ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨਾ ਵਾ। ਜੋ ਗੁਰੂ ਸਾਹਿਬ ਜੀ ਨੇ ਹੁਕਮ ਕਰ ਦਿੱਤਾ ਉਸ ਹੁਕਮ ਨੂੰ ਮੰਨਣਾ ਪੈਣਾ। ਅਸੀਂ ਦੋ ਰੁੱਖੀ ਚਾਲ ਚੱਲਦੇ ਹਾਂ, ਅਸੀਂ ਦੋ ਦੋ ਬੇੜੀਆਂ ਵਿੱਚ ਪੈਰ ਰੱਖਦੇ ਹਾਂ। ਆ ਦੁਰਗਾਪੁਰ ਪਿੰਡ 'ਚ ਮੇਰੀ ਡਿਊਟੀ ਤੇ ਇੱਕ ਬੰਦਾ ਗੁਰਦੁਆਰਾ ਸਾਹਿਬ 'ਚ ਦਲੀਆ ਬਣਾ ਕੇ ਲੈ ਆਇਆ। ਮੈਨੂੰ ਕਹਿੰਦਾ ਜੀ ਖਾਓ। ਮੈਂ ਕਿਹਾ ਵੀ ਇਹ ਕਾਹਦੇ ਸੰਬੰਧ 'ਚ ਆ? ਕਹਿੰਦਾ ਪਹਿਲਾਂ ਦਰਿਆ 'ਚ ਪਾ ਕੇ ਆਏ, ਉਸ ਤੋਂ ਬਾਅਦ ਗੁਰਦੁਆਰੇ। ਮੈਂ ਕਿਹਾ ਵੀ ਤੂੰ ਤੇ ਅੰਮ੍ਰਿਤ ਛਕਿਆ ਤੇ ਮਹਾਰਾਜ ਤੇ ਕਹਿੰਦੇ ਵੀ ਕੋਦੇ ਚਰਨਾਂ ਨਾਲ ਜੁੜਨਾ, ਇਹ ਦਰਿਆ ਵਰੁਣ ਦੇਵਤੇ ਤੇ ਆਦ ਕੇ ਕਿਹੜੇ ਚੱਕਰਾਂ 'ਚ ਪਿਆ? ਤੂੰ ਤੇ ਅੰਮ੍ਰਿਤ ਛਕਿਆ। ਨਹੀਂ ਲੋਕੀ ਸਮਝਦੇ। ਇੱਕ ਬੀਬੀ ਆਈ, ਉਹ ਖੀਰ ਲਿਆਈ, ਕਹਿੰਦੀ ਜੀ ਅੱਧੀ ਤੁਸੀਂ ਕੱਢ ਲਓ। ਮੈਂ ਕਿਹਾ ਅੱਧੀ? ਕਹਿੰਦੀ ਉਹ ਪੀਰ ਦੇ ਲੈ ਕੇ ਜਾਣੀ ਆ। ਤੇ ਮੈਂ ਕਿਹਾ ਵੀ ਇੱਕ ਪਾਸੇ ਹੋ ਜਾ, ਸਾਰੀ ਮੈਨੂੰ ਖੀਰ ਦੇ ਜਾ ਤੇ ਜਾਂ ਸਾਰੀ ਉੱਥੇ ਪੀਰ ਦੇ ਲੈ ਜਾ। ਦੋ ਦੋ ਰੁੱਖੀ ਚਾਲ। ਇੱਕ ਬੰਦਾ ਉਹ ਬੜੀਆਂ ਜਦੋਂ ਆਵੇ ਉਹਨੇ ਗੁਰਦੁਆਰੇ 'ਚ ਗਲਤੀਆਂ ਹੀ ਲੱਭਣੀਆਂ। ਕਈਆਂ ਦਾ ਕੀੜੀਆਂ ਵਾਲਾ ਸੁਭਾਅ ਹੁੰਦਾ ਨਾ, ਉਹ ਖੁੱਡਾਂ ਹੀ ਲੱਭਣੀਆਂ, ਦਰਾੜਾਂ ਹੀ ਲੱਭਣੀਆਂ। ਇਹ ਕੀ ਹੋ ਗਿਆ? ਬਸ ਉਹਨੇ ਨੁਕਸ ਹੀ ਲੱਭਦੇ ਫਿਰਨਾ, ਕਦੇ ਕਿਸੇ ਮੁਲਾਜ਼ਮ ਨੂੰ ਘੇਰ ਲੈਣਾ, ਕਦੇ ਕਿਸੇ ਨੂੰ। ਦੀਵਾਲੀ ਵਾਲਾ ਦਿਨ ਤੇ ਅੰਮ੍ਰਿਤ ਛਕਿਆ ਉਹਨੇ, ਨਿੱਕੀ ਜਿਹੀ ਕਿਰਪਾਨ ਵੀ ਪਾਈ। ਦੀਵਾਲੀ ਵਾਲਾ ਦਿਨ ਤੇ ਇੱਕ ਦਿਨ ਨਾ ਉੱਥੇ ਇੱਕ ਸ਼ਿਵ ਜੀ ਦੀ ਨਿੱਕੀ ਜਿਹੀ ਮੰਦਰੀ ਬਣੀ, ਉੱਥੇ ਨਿੱਕਾ ਜਿਹਾ ਬਣਿਆ ਤੇ ਉੱਥੇ ਜਾ ਕੇ ਦੀਵਾ ਜਗਾ ਰਿਹਾ। ਮੈਂ ਕਿਹਾ ਵੀ ਤੂੰ ਗੁਰਦੁਆਰੇ ਆਣ ਕੇ ਇੰਨੀਆਂ ਕਮੀਆਂ ਪੇਸ਼ੀਆਂ ਲੱਭਦਾ, ਹੁਣ ਦੱਸ। ਤੂੰ ਤੇ ਉੱਥੇ ਕਬਰਾਂ, ਮੜੀਆਂ, ਮਸਾਣਾ ਕਈ ਪਾਸੇ ਮੱਥੇ ਟੇਕਦਾ ਰਹਿਣਾ, ਗੁਰੂ ਦੀ ਮੱਤ ਤੇ ਤੈਨੂੰ ਆਈ ਨਾ। ਉਲਟਾ ਆਣ ਕੇ ਤੂੰ ਇੱਥੇ ਸਾਨੂੰ ਤੰਗ ਕਰਨ ਲੱਗਾ ਹੋਇਆ। ਬਾਬਾ ਕਬੀਰ ਸਾਹਿਬ ਸਮਝਾਉਂਦੇ ਨੇ, ਬਹੁਤੇ ਉਹੀ ਲੋਕ ਰੌਲਾ ਪਾਉਂਦੇ ਨੇ, ਦੂਸਰਿਆਂ ਦੀਆਂ ਕਮੀਆਂ ਪੇਸ਼ੀਆਂ ਲੱਭਦੇ, ਜਿਹੜੇ ਖੁਦ ਊਣੇ ਹੋਣ। ਕਹੋ ਕਬੀਰ ਸ਼ੂਸ਼ਾ ਘਟ ਡੋਲੇ। ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਜਿਹੜਾ ਘੜਾ ਊਣਾ ਹੋਵੇ ਉਹੀ ਬਹੁਤਾ ਉਛਲਦਾ, ਜਿਹੜੇ ਸ਼ਾਂਤ ਰਹਿਣ ਵਾਲੇ ਹੋਣ ਉਹ ਸਥਿਰ ਹੁੰਦੇ, ਉਹ ਰੌਲਾ ਨਹੀਂ ਪਾਉਂਦੇ, ਉਹ ਸ਼ਾਂਤ ਰਹਿੰਦੇ। ਜਿਹਨੂੰ ਗੁਰੂ ਦੀ ਮੱਤ ਆ ਜਾਵੇ ਉਹਦਾ ਜੀਵਨ ਹੀ ਬਦਲ ਜਾਂਦਾ, ਉਹਦਾ ਜੀਵਨ ਹੀ ਬਦਲ ਜਾਂਦਾ। ਉਹ ਗੁਰੂ ਸਾਹਿਬ ਜੀ ਦੇ ਵਿੱਚ ਹੀ ਸਮਾ ਜਾਂਦਾ। ਉਹਦਾ ਵੇ ਆਫ ਲਾਈਫ, ਉਹਦਾ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਬਦਲ ਜਾਂਦਾ। ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਉਹ ਗੁਰੂ ਸਾਹਿਬ ਜੀ ਦੇ ਵਿੱਚ ਹੀ ਸਮਾ ਜਾਂਦਾ, ਰੱਬ ਦਾ ਪਿਆਰਾ। ਉਹ ਫਿਰ ਸਿਰਫ ਇੱਕ ਦਾ ਹੋ ਜਾਂਦਾ। ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹ ਨਮਸਕਾਰ ਕਰਦਾ, ਇੱਕ ਦੀ ਹੀ ਉਹ ਮੰਨਦਾ। ਉਹ ਗੁਰੂ ਦਾ ਪਿਆਰਾ ਫਿਰ ਥਾਂ ਥਾਂ ਦੇ ਉੱਤੇ ਮੱਥੇ ਨਹੀਂ ਟੇਕਦਾ। ਗੁਰੂ ਦੀ ਸਿੱਖਿਆ ਨੂੰ ਉਹ ਗੁਰਮੁਖ ਪਿਆਰਾ ਫਿਰ ਆਪਣੇ ਪੱਲੇ ਬੰਨਣ ਲੱਗ ਜਾਂਦਾ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੇ ਤਿਸ ਅੰਤਰ ਰਵੇ ਹਰ ਨਾਮਾ। ਜਿਹੜਾ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਜਾਣ ਲਵੇ ਉਹਦੇ ਅੰਦਰ
ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਚਾਨਣ ਹੋ ਜਾਂਦਾ, ਉਹਦੇ ਅੰਦਰ ਗੁਰੂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਉਸ ਗੁਰਮੁਖ ਨੂੰ ਕੋਈ ਵਹਿਮਾਂ ਭਰਮਾਂ ਵਿੱਚ ਪਾ ਨਹੀਂ ਸਕਦਾ। ਰਹਾਓ, ਇਹ ਸ਼ਬਦ ਦਾ ਸੈਂਟਰਲ ਆਈਡੀਆ ਹੈ, ਸ਼ਬਦ ਦਾ ਕੇਂਦਰੀ ਭਾਵ ਹੈ, ਸ਼ਬਦ ਦਾ ਪਹਿਲਾ ਬੰਦ। ਪੂਰਾ ਥਾਟ ਬਣਾਇਆ ਪੂਰੇ ਵੇਖੋ ਏਕ ਸਮਾਨਾ। ਥਾਟ ਦਾ ਅਰਥ ਹੁੰਦਾ ਜੁਗਤੀ, ਤਰੀਕਾ। ਪੂਰੇ ਗੁਰੂ ਜੀ ਨੇ ਇਹ ਜੁਗਤੀ ਬਣਾ ਦਿੱਤੀ ਆ, ਇਹ ਤਰੀਕਾ ਦੱਸ ਦਿੱਤਾ। ਵੇਖੋ ਏਕ ਸਮਾਨਾ, ਸਾਰੇ ਪਾਸੇ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੇਖੋ। ਪਰਮਾਤਮਾ ਜੀ ਤੁਹਾਨੂੰ ਸਾਰੀਆਂ ਥਾਵਾਂ ਦੇ ਉੱਤੇ ਵੱਸਦੇ ਹੋਏ ਦਿਖਾਈ ਦੇਣ। ਤੁਹਾਡੇ ਮਨ ਵਿੱਚੋਂ ਇਹ ਵਹਿਮ ਤੇ ਭਰਮ ਨਿਕਲ ਜਾਣਾ ਚਾਹੀਦਾ ਵੀ ਰੱਬ ਸ਼ਾਇਦ ਕਿਸੇ ਥਾਂ ਦੇ ਉੱਤੇ ਜ਼ਿਆਦਾ ਹੁੰਦਾ, ਕਿਸੇ ਥਾਂ ਦੇ ਉੱਤੇ ਥੋੜਾ ਹੁੰਦਾ। ਨਹੀਂ, ਪਰਮਾਤਮਾ ਜੀ ਸਾਰੀਆਂ ਹੀ ਥਾਵਾਂ ਦੇ ਉੱਤੇ ਇੱਕ ਬਰਾਬਰ ਨੇ, ਸਾਰੀਆਂ ਥਾਵਾਂ ਦੇ ਉੱਤੇ ਸਾਰੇ ਥਾਂ ਇੱਕੋ ਜਿਹੇ ਨੇ, ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ। ਸਾਡੇ ਸਤਿਕਾਰਯੋਗ ਇਤਿਹਾਸਕ ਗੁਰਦੁਆਰੇ ਹੋ ਸਕਦੇ ਆ, ਉਹਨਾਂ ਦੇ ਅਸੀਂ ਦਰਸ਼ਨ ਦਿਦਾਰੇ ਕਰਦੇ ਹਾਂ ਤਾਂ ਕਿ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਹੋ ਸਕੀਏ। ਜੇ ਕਹੀਏ ਰੱਬ ਸਾਰੀਆਂ ਥਾਵਾਂ ਤੇ ਇੱਕੋ ਜਿਹਾ ਹੀ ਆ, ਐਵੇਂ ਇੰਨੀ ਦੂਰ ਪਹਾੜਾਂ ਦੇ ਉੱਤੇ ਜਾ ਕੇ ਤੇ ਠੰਡੇ ਪਾਣੀ 'ਚ ਚੁੱਭੇ ਮਾਰ ਕੇ ਕੋਈ ਰੱਬ ਨਹੀਂ ਮਿਲਣਾ। ਜਿਹਦਾ ਬਹੁਤਾ ਜੀ ਕਰੇ ਇੱਥੇ ਸਰੋਵਰ ਬਣਿਆ, ਇੱਥੇ ਚੁੱਭਾ ਲਾ ਲਿਆ ਕਰੋ, ਇਕੁਅਲ ਹੀ ਆ, ਓਨਾ ਹੀ ਫਲ ਇੱਥੋਂ ਮਿਲ ਜਾਣਾ ਜੋ ਕੁਛ ਮਿਲਣਾ ਹੋਇਆ। ਰੱਬ ਕਿਤੇ ਘੱਟ ਵੱਧ ਨਹੀਂ। ਵੇਖੋ ਏਕ ਸਮਾਨਾ, ਪਰਮਾਤਮਾ ਜੀ ਨੂੰ ਸਾਰੇ ਪਾਸੇ ਇੱਕ ਸਮਾਨ ਹੀ ਵੇਖੋ। ਸਤਿਗੁਰੂ ਜੀ ਨੇ ਜੁਗਤੀ ਬਣਾ ਦਿੱਤੀ ਆ ਤੇ ਇਹ ਗੱਲਾਂ ਉਹਨਾਂ ਨੂੰ ਸਮਝ ਆ ਜਾਂਦੀਆਂ ਜਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਵਿਚਾਰਦੇ ਨੇ। ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ। ਇਸ ਲੜਾਈਆਂ ਝਗੜੇ ਕਲਾ ਕਲੇਸ਼ ਧੋਖੇ ਫਰੇਬ ਦੇ ਨਾਲ ਭਰੇ ਹੋਏ ਸਮੇਂ ਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਆ। ਭਾਵ ਗੁਰੂ ਦੇ ਹੁਕਮਾਂ ਨੂੰ ਸਮਝਣਾ, ਬਾਣੀ ਨੂੰ ਪਿਆਰ ਨਾਲ ਪੜ੍ਹਨਾ, ਇਹਦੇ ਵਿੱਚ ਹੀ ਆ ਸਾਰੀ ਵਡਿਆਈ। ਮਤ ਕੋ ਧਰੋ ਗੁਮਾਨਾ, ਐਵੇਂ ਕੋਈ ਆਪਣੇ ਮਨ ਦੇ ਵਿੱਚ ਹਉਮੈ ਹੰਕਾਰ ਨਾ ਰੱਖੀ ਬੈਠੇ, ਬਾਕੀ ਸਾਰਾ ਕੁਝ ਜ਼ੀਰੋ ਹੀ ਆ। ਅੱਗੇ ਜਾ ਕੇ ਵੀ ਜ਼ਿਕਰ ਆ ਜਾਏਗਾ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਬਾਕੀ ਸਾਰਾ ਕੁਝ ਜ਼ੀਰੋ ਹੀ ਆ। ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਨਾ, ਉਹ ਠੀਕ ਹੈ ਵੀ ਸਾਨੂੰ ਇਸ਼ਨਾਨ ਪਾਣੀ ਕਰਕੇ ਰੱਖਣਾ ਚਾਹੀਦਾ ਹੈ, ਤਿਆਰ ਬਰ ਤਿਆਰ ਰਹਿਣਾ ਚਾਹੀਦਾ, ਸਾਵਧਾਨ ਅਲਰਟ ਸਾਫ ਸੁਥਰੇ ਰਹਿਣਾ ਚਾਹੀਦਾ। ਪਰ ਜੇ ਕਹੋ ਵੀ ਤੀਰਥ ਤੇ ਨਹਾਤਿਆਂ ਰੱਬ ਮਿਲ ਜਾਏਗਾ, ਪਰਮਾਤਮਾ ਖੁਸ਼ ਹੋ ਜਾਏਗਾ, ਸਾਡੇ ਪਾਪ ਲੱਥ ਜਾਣਗੇ, ਬਾਹਰਲੇ ਤੀਰਥ ਦੇ ਉੱਤੇ ਨਹਾਤਿਆਂ, ਇਸ ਤਰ੍ਹਾਂ ਨਹੀਂ। ਤੀਰਥ ਜੇ ਕਿਤੇ ਧਿਆਨ ਨਾਲ ਜਪਜੀ ਸਾਹਿਬ ਵੀ ਪੜ੍ਹ ਲਈਏ ਤੇ ਸਿੱਖ ਨੂੰ ਇੰਨਾ ਜ਼ਿਆਦਾ ਗਿਆਨ ਹੋ ਸਕਦਾ ਵੀ ਉਹਦਾ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ। ਬਸ ਗੱਲ ਸਿਰਫ ਇਹ ਆ ਵੀ ਹੌਲੀ ਹੌਲੀ ਧਿਆਨ ਨਾਲ ਪੜ੍ਹਿਆ ਹੋਵੇ। ਭਾਵੇਂ ਸਹਿਜ ਪਾਠ ਹੀ ਕਰਨਾ ਹੋਵੇ, ਸਹਿਜ ਪਾਠ ਇਹੋ ਜਿਹਾ ਕਰੋ ਵੀ ਉਹ ਮੁੱਕੇ ਹੀ ਨਾ। ਹੌਲੀ ਹੌਲੀ ਇੱਕ ਇੱਕ ਅੰਗ, ਦੋ ਅੰਗ ਐਨ ਸਮਝ ਕੇ ਕੋਸ਼ਿਸ਼ ਕਰਨੀ ਵੀ ਸ਼ੁੱਧ ਉਚਾਰਨ ਕਰੀਏ, ਐਨ ਪਿਆਰ ਨਾਲ ਗੁਰਬਾਣੀ ਨੂੰ ਸਮਝ ਕੇ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ। ਵਾਹਿਗੁਰੂ ਜੀ ਤੀਰਥ ਦੇ ਉੱਤੇ ਤੇ ਮੈਂ ਜਾ ਕੇ ਤਾਂ ਇਸ਼ਨਾਨ ਕਰਾਂ ਜੇ ਤੁਹਾਨੂੰ ਭਾਵੇ, ਜੇ ਤੁਹਾਨੂੰ ਚੰਗਾ ਲੱਗਦਾ ਹੋਵੇ। ਜੇ ਤੁਹਾਨੂੰ ਨਹੀਂ ਚੰਗਾ ਲੱਗਦਾ, ਜੇ ਤੁਹਾਨੂੰ ਨਹੀਂ ਪਸੰਦ, ਤੇ ਮੈਂ ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਕਿਉਂ ਕਰਾਂ? ਕਿੰਨਾ ਸੋਹਣਾ ਅਰਥ ਇਸ ਪੰਕਤੀ ਦਾ ਬਣਿਆ। ਪਿਆਰ ਨਾਲ ਪੜਾਂਗੇ ਤੇ ਤਾਂ ਹੀ ਨਾ। ਤੀਰਥ ਵਰਤ
ਵਰਤ ਰੱਖਿਆ ਕੋਈ ਪਰਮਾਤਮਾ ਨੇ ਪ੍ਰਸੰਨ ਨਹੀਂ ਹੋ ਜਾਣਾ। ਵਰਤ ਰੱਖਿਆ ਕਿਸੇ ਦੇ ਕੋਈ ਪਤੀ ਦੀ ਉਮਰ ਨਹੀਂ ਲੰਬੀ ਹੋ ਜਾਣੀ। ਤੀਰਥ ਵਰਤ ਅਰ ਦਾਨ ਕਰ। ਦਾਨ ਕਰਕੇ ਮਨ ਵਿੱਚ ਹਉਮੈ ਹੰਕਾਰ ਆਵੇਗਾ, ਦਾਨ ਕਰਕੇ ਜਨਾਉਣਾ ਨਹੀਂ। ਇਹ ਤਾਂ ਮੈਂ ਕਈ ਵਾਰੀ ਵੇਖਦਾ ਤੇ ਪੁਰਾਣੇ ਪੱਥਰ ਲੱਗੇ, ਹੋ ਸਕਦਾ ਉਦੋਂ ਗੁਰਬਾਣੀ ਦਾ ਨਾਂ ਇੰਨਾ ਚਾਨਣ ਹੋਵੇ। ਫਲਾਣੇ ਨੇ ਸੇਵਾ ਕਰਾਈ 1962 'ਚ ਕਰਾਈ, ਫਲਾਣੇ ਨੇ, ਹੋ ਸਕਦਾ ਉਦੋਂ ਨਾਂ ਲੋਕਾਂ ਨੂੰ ਪਤਾ ਹੋਵੇ। ਅੱਜ ਵੀ ਅਸੀਂ ਇਸ ਤਰ੍ਹਾਂ ਕਰਵਾਉਂਦੇ ਹਾਂ, ਪੱਖਿਆਂ ਦੇ ਉੱਤੇ ਕਈ ਥਾਵਾਂ ਦੇ ਉੱਤੇ ਆਪਣੇ ਨਾਮ ਲਿਖਾਈ ਜਾਂਦੇ ਹਨ। ਦਾਨ ਕਰਕੇ ਮਨ ਵਿੱਚ ਹਉਮੈ ਹੰਕਾਰ ਆਉਂਦਾ। ਤਾਂ ਹੀ ਗੁਰੂ ਸਾਹਿਬ ਨੇ ਦਸਵੰਧ ਦੀ ਮਰਿਆਦਾ ਬਣਾਈ ਆ। ਸੇਵਾ ਵੀ ਕਰੋ, ਲੋੜਵੰਦਾਂ ਦੀ ਮਦਦ ਵੀ ਕਰੋ, ਪਰ ਉੱਥੇ ਸਾਡਾ ਆਪਣਾ ਨਾਮ ਹਾਈਲਾਈਟ ਨਾ ਹੋਵੇ। ਅਸੀਂ ਇਹਨੂੰ ਬਿਜ਼ਨਸ ਦਾ ਸਾਧਨ ਬਣਾਇਆ ਹੋਇਆ। ਕੱਲ ਮੈਂ ਵੇਖਦਾ ਪਿਆ ਸਾਂ ਫੇਸਬੁੱਕ ਤੇ ਲਾਈਵ, ਉੱਥੇ ਜਿੱਥੇ ਕਿਸਾਨ ਮੋਰਚਾ ਲਾ ਕੇ ਬੈਠੇ ਇੱਕ ਬਾਬਾ ਸੀ ਤੇ ਉਹ ਬਜ਼ੁਰਗਾਂ ਨੂੰ ਜਰਾਬਾਂ ਪਵਾ ਰਿਹਾ ਸੀ ਤੇ ਬਾਰ-ਬਾਰ ਕੈਮਰੇ 'ਚ ਵਿਖਾ ਕੇ ਵੀ ਵੇਖ ਲਓ ਮੈਂ ਪਵਾ ਰਿਹਾ ਵਾਂ। ਕੱਲ ਨੂੰ ਜਦੋਂ ਮੈਂ ਵਿਦੇਸ਼ ਆਇਆ, ਕੈਨੇਡਾ ਤੇ ਆਦਿਕ, ਤੇ ਉੱਥੇ ਮੈਨੂੰ ਡਾਲਰ ਦਿਓ ਵੀ ਇੱਥੋਂ ਵਿਦੇਸ਼ਾਂ 'ਚੋਂ ਪੈਸੇ ਲਿਜਾ ਕੇ ਪਤਾ ਮੈਂ ਗਰੀਬਾਂ 'ਚ ਕਿੰਨੇ ਵੰਡਦਾ, ਕਿੰਨੀਆਂ ਬੱਚੀਆਂ ਦੇ ਵਿਆਹ ਕਰਾਉਣਾ ਮੈਂ, ਕਿੰਨੇ ਲੋਕਾਂ ਨੂੰ ਲੀੜੇ ਕੱਪੜੇ ਵੰਡਦਾ, ਕਿੰਨਾ ਕੁਝ ਕਰਦਾ। ਮੇਰਾ ਨਾਮ ਹੋਣਾ ਚਾਹੀਦਾ। ਬਹੁਤੇ ਸਾਰੇ ਲੋਕੀ ਤੇ ਇਹਨਾਂ ਚੀਜ਼ਾਂ ਦਾ ਬਿਜ਼ਨਸ ਬਣਾ ਲੈਂਦੇ ਹੋ, ਬਾਰ-ਬਾਰ ਦਿਖਾਵੇ ਵੀ ਵੇਖੋ ਮੈਂ ਪਵਾ ਰਿਹਾ। ਉਹ ਕੈਮਰੇ ਵਾਲੇ ਨੂੰ ਕਹੇ ਵੀ ਠੀਕ, ਫੋਟੋ ਠੀਕ ਆ ਰਹੀ ਆ। ਇਸ ਤਰ੍ਹਾਂ ਅਸੀਂ ਕਈ ਵਾਰੀ ਕੰਮ ਕਰਦੇ ਹਾਂ। ਇਹਨੂੰ ਕਹਿੰਦੇ ਦਾਨ। ਇਹੋ ਜਿਹੇ ਦਾਨ ਦਾ ਕੋਈ ਲਾਭ ਨਹੀਂ ਹੋਣ ਲੱਗਾ। ਇਹ ਦਾਨ ਨਹੀਂ, ਇਹ ਹੈ ਬਿਜ਼ਨਸ। 50 ਲੜਕੀਆਂ ਦੇ ਵਿਆਹ ਦੇ ਵਾਸਤੇ ਪੈਸੇ ਇਕੱਠੇ ਕਰ ਲਿਆਓ, ਆਣ ਕੇ 20 ਦਾ ਵਿਆਹ ਕਰਾ ਦਿਓ, 30 ਦੇ ਪੈਸੇ ਤੇ ਤਾਂ ਵੀ ਬਚ ਗਏ। ਉਹ ਵਿਆਹ ਕਰਵਾਉਣ ਵਾਲੇ ਵੀ ਐਸੇ ਹੀ ਹੈ। ਉਹ 2-2 3-3 ਵਾਰੀ ਇੱਕੋ ਹੀ ਜੋੜਾ ਵਿਆਹ ਕਰਾਈ ਜਾਂਦਾ ਵੀ ਬਾਰ-ਬਾਰ 10 ਸਮਾਨ ਲਵਾਂਗੇ, ਬਾਰ-ਬਾਰ ਰਜਾਈਆਂ, ਕੰਬਲ, ਸਿਲਾਈ ਮਸ਼ੀਨ, ਇਹੋ ਜਿਹੀਆਂ ਚੀਜ਼ਾਂ ਮਿਲਣਗੀਆਂ। ਧਰਮ ਦੇ ਨਾਮ ਦੇ ਉੱਤੇ ਕਈ ਤਰ੍ਹਾਂ ਦੇ ਬਿਜ਼ਨਸ ਚੱਲੇ ਹੋਏ ਨੇ। ਰਹੋ ਵਿਚਾਰ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤੇ, ਜਿਉ ਕੁੰਚਰ ਇਸ਼ਨਾਨ। ਇਹ ਸਾਰਾ ਕੁਝ ਕੀਤਾ ਹੋਇਆ ਇਸ ਤਰ੍ਹਾਂ ਵਿਅਰਥ ਚਲਿਆ ਜਾਂਦਾ, ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ ਵਿਅਰਥ ਚਲਿਆ ਜਾਂਦਾ। ਹਾਥੀ ਇਸ਼ਨਾਨ ਕਿੱਦਾਂ ਕਰਦਾ? ਪਹਿਲਾਂ ਆਪਣੀ ਸੁੰਨ ਦੇ ਵਿੱਚੋਂ ਪਾਣੀ ਭਰਦਾ, ਫਿਰ ਜਿਵੇਂ ਸ਼ਾਵਰ ਥੱਲੇ ਅਸੀਂ ਇਸ਼ਨਾਨ ਕਰਦੇ ਹਾਂ ਫੁਹਾਰੇ ਥੱਲੇ, ਇਸ ਤਰ੍ਹਾਂ ਆਪਣੇ ਸਰੀਰ ਉੱਤੇ ਸੁੰਨ ਦੇ ਨਾਲ ਫੁਹਾਰੇ ਮਾਰਦਾ। ਉਸ ਤੋਂ ਬਾਅਦ ਉਹ ਚਿੱਕੜ ਦੀ ਸੁੰਨ ਭਰ ਕੇ ਆਪਣੇ ਤੇ ਸੁੱਟ ਲੈਂਦਾ। ਸਾਰਾ ਕੁਝ ਕੀਤਾ ਕਰਾਇਆ ਵਿਅਰਥ। ਉਹੀ ਅਸੀਂ ਕਰਦੇ ਹਾਂ। ਜੇ ਕਿਸੇ ਦੀ ਮਦਦ ਕਰਦੇ ਹਾਂ, ਫਿਰ ਫੋਟੋ ਅਸੀਂ ਪਹਿਲਾਂ ਖਿਚਾਉਂਦੇ ਹਾਂ ਵੀ ਮੈਂ ਮਦਦ ਕੀਤੀ। ਗੁਰੂ ਸਾਹਿਬ ਜੀ ਮਹਾਰਾਜ ਨੇ ਸਮਝਾਇਆ ਭਈ ਇਹਨਾਂ ਚੀਜ਼ਾਂ ਦਾ ਹਉਮੈ ਹੰਕਾਰ ਨਾ ਕਰੋ। ਜਿਹੜੀ ਵੀ ਸੇਵਾ ਕਰਨੀ ਇਸ ਤਰ੍ਹਾਂ ਕਰੋ ਵੀ ਵਾਹਿਗੁਰੂ ਜੀ ਤੁਹਾਡੀਆਂ ਦਿੱਤੀਆਂ ਦਾਤਾਂ ਨੇ, ਮੈਂ ਕਿਸੇ ਦੀ ਕੀ ਸੇਵਾ ਕਰ ਸਕਦਾ ਹਾਂ। ਸਤਿਗੁਰੂ ਜੀ ਬਖਸ਼ਿਸ਼ ਕਰਦੇ। ਇਸ ਪਰਪੰਚ ਮਹਿ ਸਾਚੇ, ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਐਵੇਂ ਮਨ ਵਿੱਚ ਹਉਮੈ ਹੰਕਾਰ ਨਹੀਂ ਕਰਨਾ। ਸ਼ਬਦ ਦਾ ਦੂਸਰਾ ਬੰਦ। ਚੌਹਾਂ ਜੁਗਾਂ ਕਾ ਹੁਣ ਨਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਜੇ ਭਾਈ ਚੌਹਾਂ ਜੁਗਾਂ ਦੀ ਗੱਲ ਕਰੀਏ ਨਾ, ਮੰਨੇ ਜਾਂਦੇ, ਕਹੇ ਜਾਂਦੇ, ਇਹ ਹਿੰਦੂ ਮਿਥਿਆਲੋਜੀ ਦੇ ਅਨੁਸਾਰ ਨੇ 4 ਯੁੱਗ, ਗੁਰਮਤ ਵਿੱਚ ਨਹੀਂ ਮੰਨੇ ਗਏ। ਇਹ ਜਿਹੜੀ ਸਮੇਂ ਦੀ ਵੰਡ ਆ ਨਾ, ਜੇ ਤੁਸੀਂ ਮੈਨੂੰ ਪੁੱਛੋ ਵੀ ਇਹ ਜੀ ਕਲ ਯੁੱਗ ਦੀ ਉਮਰ ਕਿੰਨੀ ਹੁੰਦੀ ਆ, ਸਤਯੁੱਗ ਦੀ ਕਿੰਨੀ ਹੁੰਦੀ ਆ, ਮੈਨੂੰ ਨਹੀਂ ਪਤਾ। ਕਿਉਂਕਿ ਸਾਡੇ ਗੁਰਮਤ ਵਿੱਚ, ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਇਹੋ ਜਿਹਾ ਲਿਖਿਆ ਹੀ ਨਹੀਂ ਕੁਝ ਵੀ ਸਤਯੁੱਗ ਦੀ ਉਮਰ ਕਿੰਨੀ ਆ, ਕਲ ਯੁੱਗ ਦੀ ਉਮਰ ਕਿੰਨੀ ਆ। ਕੋਈ ਹਿੰਦੂ ਮਿਥਿਆਲੋਜੀ ਦੇ ਅਨੁਸਾਰ ਕਿਸੇ ਬ੍ਰਾਹਮਣ ਨੂੰ ਪੁੱਛੋ, ਕਿਸੇ ਪੰਡਤ ਨੂੰ ਪੁੱਛੋ, ਉਹ ਦੱਸੇ। ਸਾਡੇ ਵਾਸਤੇ ਸਤਯੁੱਗ ਤੇ ਕਲਯੁੱਗ ਦੋਵੇਂ ਇਕੱਠੇ ਚੱਲਦੇ ਪਏ, ਹੁਣੇ ਹੀ ਚੱਲਦੇ ਪਏ ਆ। ਹੁਣੇ ਹੀ ਕਲਯੁੱਗ ਆ, ਹੁਣੇ ਹੀ ਸਤਯੁੱਗ ਆ। ਜਿਹੜੇ ਲੋਕੀ ਨੇਕ ਕਰਮ ਕਰਨ ਵਾਲੇ, ਨੇਕ ਇਨਸਾਨ, ਰੱਬ ਦਾ ਰੂਪ, ਉਹ ਸਤਯੁਗੀ ਇਨਸਾਨ ਸਤਯੁੱਗ 'ਚ ਰਹਿ ਰਹੇ ਨੇ। ਜਿਹੜੇ ਘਰਾਂ 'ਚ ਪਿਆਰ ਮੁਹੱਬਤ ਨਾਲ ਰਹਿੰਦੇ ਨੇ, ਇੱਕ ਦੂਜੇ ਦੇ ਆਖੇ ਲੱਗਦੇ, ਉਹਨਾਂ ਦੇ ਘਰ ਸਤਯੁੱਗ ਵਰਤ ਰਿਹਾ। ਤੇ ਜਿਨ੍ਹਾਂ ਘਰਾਂ ਦੇ ਵਿੱਚ ਕਲੀ ਅੰਦਰ ਨਾਨਕਾ, ਜਿੰਨਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿੰਨਾਂ ਦਾ ਸਿਕਦਾਰ, ਜਿਨ੍ਹਾਂ ਘਰਾਂ 'ਚ ਲੜਾਈਆਂ ਝਗੜੇ, ਕਲਾ ਕਲੇਸ਼,
ਇੱਕ ਦੂਜੇ ਦਾ ਕੋਈ ਕਹਿਣਾ ਹੀ ਨਹੀਂ ਮੰਨਦਾ, ਉਹਨਾਂ ਲੋਕਾਂ ਦੇ ਘਰਾਂ 'ਚ ਕਲਯੁੱਗ ਆ। ਬਸ ਇਹਨਾਂ ਯੁੱਗਾਂ ਦੀ ਡੈਫੀਨੇਸ਼ਨ ਇਹੀ ਪਰਿਭਾਸ਼ਾ। ਚਾਰਾਂ ਯੁੱਗਾਂ ਦਾ ਨਿਬੇੜਾ ਇਹ ਹੈ, ਚੌਹਾਂ ਯੁੱਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਸਤਿਗੁਰੂ ਜੀ ਨੇ ਇੱਕ ਸਾਨੂੰ ਖਜ਼ਾਨਾ ਬਖਸ਼ਿਸ਼ ਕਰ ਦਿੱਤਾ, ਨਿਧਾਨਾ, ਨਾਮ ਦਾ ਖਜ਼ਾਨਾ। ਨਾਮ ਜਪੋ, ਬਾਣੀ ਪੜੋ, ਗੁਰੂ ਦੀ ਸਿੱਖਿਆ ਦੇ ਉੱਤੇ ਚੱਲੋ, ਯੁੱਗਾਂ ਇਤਿਆਦਿਕ ਦਾ ਚੱਕਰ ਛੱਡੋ। ਕਿਹੜਾ ਯੁੱਗ ਲੰਘ ਗਿਆ, ਕਿਹੜਾ ਆਉਣ ਵਾਲਾ, ਕਿਹੜਾ ਚੱਲ ਰਿਹਾ, ਤੁਹਾਡੇ ਵਾਸਤੇ ਸਾਰੇ ਹੀ ਸਮੇਂ ਸਫਲੇ ਹੋਣਗੇ। ਸਤਿਗੁਰੂ ਜੀ ਨੇ ਵਹਿਮਾਂ ਭਰਮਾਂ ਚੋਂ ਕੱਢਿਆ। ਸਾਰੇ ਦਿਨ ਚੰਗੇ, ਤੁਹਾਨੂੰ ਨਹੀਂ ਪੁੱਛਣ ਦੀ ਲੋੜ ਮੱਸਿਆ ਕਿੱਦਣ ਆ, ਸੰਗਰਾਂਦ ਕਿੱਦਣ ਆ, ਤੁਹਾਡੇ ਲਈ ਰੋਜ਼ ਹੀ ਸੰਗਰਾਂਦ ਆ। ਸੰਗਰਾਂਦ ਵਾਲੇ ਦਿਨ ਕੀ ਫਰਕ ਪੈਣਾ, ਉਹੀ ਕੜਾਹ ਪ੍ਰਸ਼ਾਦ, ਉਹੀ ਕਥਾ, ਉਹੀ ਸਾਰਾ ਕੁਝ। ਤਾਂ ਕਰਕੇ ਗੁਰੂ ਦੇ ਸਿੱਖੋ, ਤੁਹਾਡੇ ਵਾਸਤੇ ਸਾਰੇ ਦਿਨ ਇੱਕੋ ਜਿਹੇ ਨੇ। ਗੁਰਮਤਿ ਦੇ ਵਿੱਚ ਕੋਈ ਚੰਗੇ ਮੰਦੇ ਦਿਨਾਂ ਦਾ ਭਰਮ ਨਹੀਂ, ਕੋਈ ਯੁੱਗਾਂ ਦਾ ਭਰਮ ਨਹੀਂ, ਕੋਈ ਨਰਕਾਂ ਸਵਰਗਾਂ ਦਾ ਭਰਮ ਨਹੀਂ, ਕੋਈ ਧਰਮ ਰਾਜ ਚਿੱਤਰ ਗੁਪਤਿਆ ਦਾ ਕਿਸੇ ਤਰ੍ਹਾਂ ਦੇ ਕੋਈ ਵਹਿਮ ਭਰਮ ਹੀ ਹੈ ਨਹੀਂ। ਗੁਰੂ ਸਾਹਿਬ ਨੇ ਤਾਂ ਬਿਲਕੁਲ ਸਿੱਧਾ ਤੇ ਸਪਸ਼ਟ ਰਸਤਾ ਦੱਸਿਆ, ਇੱਕੋ ਹੀ ਖਜ਼ਾਨਾ ਬਖਸ਼ਿਆ, ਨਾਮ ਦਾ, ਬਾਣੀ ਦਾ। ਰੋਜ਼ ਹੀ ਪੜ੍ਹੀ ਜਾਓ। ਚੌਹਾਂ ਯੁੱਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕਲ ਮਹਿ ਕੀਰਤ ਹਰ ਨਾਮਾ। ਉਹ ਜਿਹੜੇ ਮੰਨੇ ਹੋਏ ਯੁੱਗ ਸੀ ਨਾ, ਇਹ ਕੰਮ ਲੋਕੀ ਉਹਨਾਂ ਯੁੱਗਾਂ ਦੇ ਵਿੱਚ ਕਰਦੇ ਸੀ। ਗਿਆਨੀ ਮਾਨ ਸਿੰਘ ਜੀ ਝੌਰ ਪਿੰਡ ਆ ਗੁਰਦਾਸਪੁਰ ਜ਼ਿਲ੍ਹੇ 'ਚ, ਬਹੁਤ ਸਾਧ ਸੰਗਤ ਜੀ ਉਹਨਾਂ ਨੇ ਮਹਾਨ ਕਥਾ ਕੀਤੀ ਆ। ਇੱਕ ਥਾਂ ਤੇ ਉਹ ਜ਼ਿਕਰ ਕਰਦੇ, ਕਹਿੰਦੇ ਵੀ ਮੇਰੇ ਨਾਲ ਕੋਈ ਬਹਿਸ ਕਰਨ ਲੱਗ ਪਿਆ ਵੀ ਤੁਸੀਂ ਗਿਆਨੀ ਜੀ ਚੰਗੇ ਹੋ। ਕਹਿੰਦੇ ਵੀ ਜੀ ਜਤ ਸੰਜਮ ਤੀਰਥ ਇਹਨਾਂ ਦੀ ਕੋਈ ਮਹਾਨਤਾ ਨਹੀਂ ਹੁੰਦੀ। ਜਦੋਂ ਵੱਡੇ ਵਡੇਰੇ ਕਰਦੇ ਆ ਤੇ ਤੁਹਾਨੂੰ ਵੀ ਚਾਹੀਦਾ ਵੀ ਤੁਸੀਂ ਵੀ ਲੋਕਾਂ ਨੂੰ ਕਹੋ ਵੀ ਤੀਰਥਾਂ ਦਾ ਇਸ਼ਨਾਨ ਕਰੋ, ਸੰਜਮੀ ਬਣੋ, ਜਤ ਸਤ ਧਾਰਨ ਕਰੋ, ਵਿਆਹ ਨਾ ਕਰਵਾਓ, ਇਹ ਬਹੁਤ ਬੁਰਾ ਹੁੰਦਾ, ਗ੍ਰਸਤੀ ਨਹੀਂ ਬਣਨਾ ਚਾਹੀਦਾ। ਕਿਹੜੇ ਚੱਕਰਾਂ 'ਚ ਪਏ ਜੇ, ਘਰ ਪਰਿਵਾਰ ਛੱਡ ਕੇ ਰੱਬ ਦਾ ਨਾਮ ਜਪਿਆ ਕਰੋ। ਇੱਦਾਂ ਦੀ ਚੰਗੀ ਸਿੱਖਿਆ ਲੋਕਾਂ ਨੂੰ ਦਿਆ ਕਰੋ, ਤੁਸੀਂ ਉਲਟ ਸਿੱਖਿਆ ਦੇਈ ਜਾਂਦੇ ਹੋ। ਗਿਆਨੀ ਜੀ ਨੇ ਕਿਹਾ ਵੀ ਗੱਲ ਇੱਦਾਂ, ਜਦੋਂ ਹੋਇਆ ਨਾ ਮੇਰਾ ਜਨਮ ਤੇ ਮੇਰੀ ਮਾਤਾ ਨੇ ਸੋਚਿਆ ਵੀ ਇਹ ਪਲੇਠੀ ਦਾ ਬੱਚਾ, ਇਹ ਘਰ 'ਚ ਪਹਿਲਾ ਬੱਚਾ ਹੋਇਆ, ਉਹਦਾ ਇੱਕ ਨਿੱਕਾ ਜਿਹਾ ਝੱਗਾ, ਇੱਕ ਛੋਟਾ ਜਿਹਾ ਇੱਕ ਬਸਤਰ, ਤੇ ਮਾਂ ਨੇ ਪਿਆਰ ਨਾਲ ਸਾਂਭ ਕੇ ਪੇਟੀ 'ਚ ਰੱਖ ਲਿਆ। ਸਿਆਲ ਸ਼ੁਰੂ ਹੋਣ ਵਾਲਾ ਸੀ ਤੇ ਮਾਤਾ ਨੇ ਸੋਚਿਆ ਚਲੋ ਪੁਰਾਣੇ ਬਿਸਤਰੇ ਰਜਾਈਆਂ ਤਲਾਈਆਂ ਨੂੰ ਧੁੱਪ ਲਵਾ ਲਈਏ। ਉਹ ਜਦੋਂ ਪੇਟੀ ਖੋਲੀ, ਉਹਦੇ ਵਿੱਚੋਂ ਨਿੱਕੀ ਜਿਹੀ ਝੱਗੀ, ਉਹ ਨਿੱਕਾ ਜਿਹਾ ਕੱਪੜਾ ਨਿਕਲ ਆਇਆ ਵਿੱਚੋਂ। ਤੇ ਮੈਂ ਮਾਂ ਨੂੰ ਪੁੱਛਿਆ ਵੀ ਮਾਤਾ ਆਹ ਕੱਪੜਾ ਕਿਹਦਾ? ਮਾਤਾ ਕਹਿਣ ਲੱਗੀ ਪੁੱਤਰ ਤੇਰਾ ਹੀ ਆ। ਤੇ ਮੈਂ ਕਿਹਾ ਵੀ ਮਾਤਾ ਮੈਂ ਤੇ ਇੰਨਾ ਵੱਡਾ, ਇਹ ਝੱਗਾ ਮੇਰਾ ਥੋੜਾ ਹੋ ਸਕਦਾ। ਮਾਤਾ ਨੇ ਕਿਹਾ ਨਹੀਂ ਪੁੱਤਰ ਤੇਰਾ ਹੀ ਆ। ਮੈਂ ਕਿਹਾ ਵੀ ਜੇ ਮੇਰਾ ਹੋਵੇ ਤਾਂ ਫਿਰ ਮੈਨੂੰ ਆਵੇ ਨਾ, ਮੈਨੂੰ ਪੈਂਦਾ ਤੇ ਹੈ ਨਹੀਂ ਆਏ। ਮਾਤਾ ਨੇ ਕਿਹਾ ਪੁੱਤਰ ਝੱਗਾ ਤੇ ਤੇਰਾ ਹੀ ਆ, ਪਰ ਤੂੰ ਇੰਨਾ ਵੱਡਾ ਹੋ ਗਿਆ, ਹੁਣ ਤੈਨੂੰ ਫੇਟ ਹੀ ਨਹੀਂ ਆਉਣਾ। ਇਸੇ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਸੀ ਨਾ, ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਦਾ ਧਰਮ ਹੈ। ਇਹ ਚੀਜ਼ਾਂ ਉਹਨਾਂ ਯੁੱਗਾਂ 'ਚ ਲੋਕੀ ਕਰਦੇ ਸੀ, ਯੁੱਗ ਲੰਘ ਗਏ, ਸਮੇਂ ਬਦਲ ਗਏ, ਤਾਂ ਕਰਕੇ ਹੁਣ ਸਾਨੂੰ ਇਹ ਫੇਟ ਹੀ ਨਹੀਂ ਬੈਠਦੇ। ਜਤ ਲੋਕੀ ਰੱਖਦੇ ਹੋਣਗੇ ਜਤ, ਹੁਣ ਉਹ ਸਮਾਂ ਨਹੀਂ ਆ। ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ, ਜਤੀ ਸਦਾਵੇਂ ਜੁਗਤ ਨਾ ਜਾਣੇ, ਛੱਡ ਬਹਿ ਘਰ ਬਾਹਰ। ਗੁਰੂ ਸਾਹਿਬ ਨੇ ਸਿੱਖਿਆ ਦੇ ਦਿੱਤੀ ਵੀ ਨਹੀਂ, ਜਤ ਨਹੀਂ ਧਾਰਨ ਕਰਨਾ, ਗ੍ਰਸਤੀ ਬਣਨਾ, ਵਿਆਹ ਸ਼ਾਦੀ ਕਰਵਾ ਕੇ ਘਰ ਪਰਿਵਾਰ ਵਿੱਚ ਬਾਲ ਬੱਚਿਆਂ ਦੇ ਵਿੱਚ ਰਹਿਣਾ। ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉ ਘਾਲੈ ਧੰਦਾ। ਜੇ ਤੂੰ ਵਿਆਹ ਨਹੀਂ ਕਰਵਾਉਂਦਾ ਤੇ ਇਹ ਤੂੰ ਬਹੁਤ ਵੱਡੀ ਕੋਈ ਬਹਾਦਰੀ ਕਰ ਰਿਹਾ, ਕੋਈ ਤੂੰ ਸੂਰਮਾ ਥੋੜੀ ਹੈ ਵੀ ਇਹ ਬੜੇ ਵੱਡੇ ਜਤੀ ਨੇ ਜੀ, ਇਹਨਾਂ ਨੇ ਤੇ ਆਪਣੇ ਉੱਤੇ ਜਿੱਤ ਪ੍ਰਾਪਤ ਕਰ ਲਈ ਹੈ। ਹੋ ਸਕਦਾ ਕਮੀਆਂ ਪੇਸ਼ੀਆਂ ਹੁਣ, ਤੇਰਾ ਰਹਿਣ ਸਹਿਣ ਦਾ ਢੰਗ ਤਰੀਕਾ ਹੀ ਨਾ ਚੰਗਾ ਹੋਵੇ। ਕੋਈ ਮਾਤਾ ਪਿਤਾ ਸੋਚਦੇ ਹੋਣੇ ਵੀ ਇਹਦੇ ਲੜ ਲਾ ਕੇ ਧੀ ਨੂੰ ਡੋਬਣਾ, ਹੋ ਸਕਦਾ ਤੇਰੇ 'ਚ ਕਮੀਆਂ ਇੰਨੀਆਂ ਹੁਣ, ਤੇਰੇ ਔਗਣ, ਤਾਂ ਕਰਕੇ ਤੇਰਾ ਨਾ ਵਿਆਹ ਹੁੰਦਾ ਹੋਵੇ।
ਜਿਵੇਂ ਉਹ ਪਿਛਲੇ ਸਮੇਂ 'ਚ ਲੰਘਿਆ ਨਹੀਂ ਗੁੱਗਾ ਤੇ ਲੋਕੀ ਉਦਣ ਵੀ ਉਹ ਸੇਵੀਆਂ ਕਿ ਗੁਰਦੁਆਰੇ ਵੀ ਦੇ ਜਾਂਦੇ ਆ, ਤੇ ਕਈ ਲੋਕੀ ਗੁੱਗੇ ਦੇ ਚੜਾ ਦਿੰਦੇ। ਜਿਹੜਾ ਗੁੱਗਾ ਸੀ ਨਾ, ਦਰਅਸਲ ਉਹਦਾ ਵਿਆਹ ਨਹੀਂ ਸੀ ਹੋਇਆ, ਬੁਰੀ ਸੰਗਤ 'ਚ ਪੈ ਗਿਆ ਸੀ, ਬਹੁਤਾ ਵਧੀਆ ਇਨਸਾਨ ਨਹੀਂ ਸੀ ਉਹ, ਵਿਆਹ ਨਾ ਹੋਇਆ। ਵਿਆਹ ਹੋਇਆ ਉਸਦੇ ਛੋਟੇ ਭਰਾ ਦਾ। ਜਦੋਂ ਉਹਦੀ ਤੁਸੀਂ ਸਾਖੀ ਪੜ੍ਹਦੇ ਹੋ, ਵੇਖੋ ਕਿਹੋ ਜਿਹੇ ਇਹਨਾਂ ਦੇ ਇਤਿਹਾਸ ਆ ਤੇ ਕਿਹਨਾਂ ਨੂੰ ਤੁਸੀਂ ਮੰਨਣ ਲੱਗੇ ਹੋਏ ਹੋ। ਛੋਟੇ ਭਰਾ ਦਾ ਵਿਆਹ ਹੋਇਆ, ਉਹਦੀ ਜਿਹੜੀ ਇਸਤਰੀ ਸੀ ਅਤੀ ਸੁੰਦਰ, ਉਹਦੇ ਉੱਤੇ ਗੁੱਗਾ ਮੋਹਿਤ ਹੋ ਗਿਆ। ਉਹਨੇ ਕੀ ਕੀਤਾ ਵੀ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ, ਗੁੱਗੇ ਨੇ, ਜਿਹਨੂੰ ਲੋਕੀ ਗੁੱਗਾ ਬਾਬਾ ਮੰਨੀ ਬੈਠੇ। ਆਪਣੇ ਛੋਟੇ ਭਰਾ, ਉਹਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਉਹਦੀ ਮਾਂ ਨੇ ਬੜੀਆਂ ਲਾਹਨਤਾਂ ਪਾਈਆਂ, ਗੁੱਗਿਆ ਤੇਰੇ ਲੱਖ ਲਾਹਨਤ। ਇੱਕ ਔਰਤ ਦੇ ਵਾਸਤੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਹੀ। ਪਿੰਡ ਵਾਲੇ ਲੋਕੀ ਇਕੱਠੇ ਹੋ ਕੇ ਉਹਨੂੰ ਮਾਰਨ ਵਾਸਤੇ ਤੁਰ ਪਏ ਡਾਂਗਾਂ ਚੁੱਕ ਕੇ। ਉਹ ਫਿਰ ਵਾਹੋ ਦਾ ਹੀ ਭੱਜਿਆ, ਜਾ ਕੇ ਖੂਹ 'ਚ ਛਾਲ ਮਾਰ ਕੇ ਮਰ ਗਿਆ। ਉਹਦੇ ਜਿਹੜੇ ਸੰਗੀ ਸਾਥੀ ਸੀ ਨਾ, ਉਹਨਾਂ ਨੇ ਕਿਹਾ ਮਰਿਆ ਥੋੜਾ, ਉਹਦੇ ਸ਼ਹੀਦ ਹੋਇਆ। ਭਰਾ ਦਾ ਕਤਲ ਕਰਕੇ ਭੱਜਿਆ, ਪਿੱਛੇ ਪਿੰਡ ਦੇ ਲੋਕੀ ਡਾਂਗਾਂ ਲੈ ਕੇ ਗਏ, ਖੂਹ 'ਚ ਛਾਲ ਮਾਰ ਕੇ ਮਰ ਗਿਆ। ਉਹਦੇ ਸੰਗੀ ਸਾਥੀਆਂ ਨੇ ਰੌਲਾ ਪਾ ਦਿੱਤਾ। ਉਦੋਂ ਸੰਚਾਰ ਦੇ ਸਾਧਨ ਦੇ ਕੋਈ ਹੈ ਨਹੀਂ ਸੀ ਵੀ ਕੋਈ ਫੋਟੋ ਖਿੱਚ ਲੈਂਦਾ ਖੂਹ 'ਚ ਛਾਲ ਮਾਰਦੇ ਦੀ। ਉਹ ਲੋਕਾਂ ਨੇ ਰੌਲਾ ਪਾ ਦਿੱਤਾ, ਕਹਿਣ ਲੱਗੇ ਉਹਦੇ ਸ਼ਹੀਦ ਹੋ ਗਿਆ ਜੀ, ਤੇ ਗੁੱਗਾ ਤਾਂ ਬਹੁਤ ਵੱਡਾ ਪੀਰ ਹੋਇਆ। ਪਿੰਡਾਂ 'ਚ ਮੰਦਿਰ ਬਣ ਗਏ ਤੇ ਬੀਬੀਆਂ ਉੱਥੇ ਸੇਵੀਆਂ ਬਣਾ ਕੇ ਲੈ ਜਾਂਦੀਆਂ ਗੁੱਗਾ ਨੌਵੀਂ ਵਾਲੇ ਦਿਨ। ਜਤੀ ਰਹਿਣਾ ਕੋਈ ਬਹਾਦਰੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਇਹਦੇ ਬਾਰੇ ਬੜਾ ਕੁਝ ਲਿਖਿਆ ਜੇ। ਬਾਬਾ ਕਬੀਰ ਸਾਹਿਬ ਜੀ ਨੇ ਵੀ ਲਿਖਿਆ, ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ। ਇਹ ਗੱਲਾਂ ਪੁਰਾਣੇ ਸਮੇਂ ਵਿੱਚ ਰਹਿ ਗਈਆਂ। ਜਿਨ੍ਹਾਂ ਲੋਕਾਂ ਦੇ ਦਿਮਾਗ ਦਾ ਨਹੀਂ ਵਿਕਾਸ ਹੋਇਆ, ਉਹ ਲੋਕੀ ਮੰਨੀ ਜਾਣ ਪਈਏ ਤੇ ਬਾਬਾ ਜੀ ਜਤੀ ਨੇ ਜੀ। ਤੇ ਗੁਰੂ ਸਾਹਿਬ ਜੀ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਜੀ ਨੇ ਤੇ ਜਤੀਆਂ ਨੂੰ ਵਿੰਗਾਰਿਆ ਜਾ ਕੇ ਸੁਮੇਰ ਪਰਬਤ ਦੇ ਉੱਤੇ ਜਾ ਕੇ ਵੀ ਤੁਸੀਂ ਚੰਗੇ ਜੋਗੀ ਬਣੇ ਜੇ। ਘਰ-ਬਾਰ ਛੱਡ ਕੇ, ਮਾਤਾ ਪਿਤਾ ਦੀ ਸੇਵਾ ਛੱਡ ਕੇ ਤੁਸੀਂ ਉੱਥੇ ਪਹਾੜਾਂ ਤੇ ਜਾ ਕੇ ਚੜ੍ਹ ਗਏ ਹੋ। ਜੇ ਸਾਰੇ ਲੋਕੀ ਤੁਹਾਡੀ ਸਿੱਖਿਆ ਤੇ ਚੱਲਣ ਤੇ ਸੰਸਾਰ ਕਿੱਦਾਂ ਚੱਲੇ? ਤੁਸੀਂ ਕਹਿੰਦੇ ਹੋ ਗ੍ਰਸਤੀ ਬੁਰੇ ਹੁੰਦੇ ਨੇ। ਜੇ ਬੁਰੇ ਹੁੰਦੇ ਨੇ ਉਹਨਾਂ ਦੇ ਅੱਗੇ ਹੱਥ ਕਿਉਂ ਫੈਲਾਉਂਦੇ? ਫਿਰ ਜੇ ਗ੍ਰਸਤੀ ਲੋਕੀ ਚੰਗੇ ਨਹੀਂ ਹੁੰਦੇ, ਉਹਨਾਂ ਦਾ ਦਰਵਾਜ਼ਾ ਜਾ ਕੇ ਖੜਕਾ ਕੇ ਤੇ ਲੱਖ ਕਿਉਂ ਜਗਾਉਂਦੇ ਜੇ? ਉਹਨਾਂ ਨੂੰ ਕਿਉਂ ਜਾ ਕੇ ਕਹਿੰਦੇ ਜੇ ਤੁਹਾਨੂੰ ਮੈਂ ਗਿੱਦੜ ਸਿੰਘੀ ਦਿਆਂ? ਉਹਦੇ ਬੁਰੇ ਨੇ, ਰਹਿਣ ਦਿਓ। ਫਿਰ ਤੁਸੀਂ ਚੜੇ ਰਹੋ ਪਹਾੜਾਂ ਦੇ ਉੱਤੇ। ਤੁਹਾਨੂੰ ਪਤਾ ਗ੍ਰਸਤੀਆਂ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਚੱਲਣਾ, ਇਹਨਾਂ ਤੋਂ ਬਿਨਾਂ ਸਾਨੂੰ ਰੋਟੀ ਪਾਣੀ ਕੌਣ ਦੇਊਗਾ? ਗੁਰੂ ਮਹਾਰਾਜ ਨੇ ਉੱਥੇ ਜਾ ਕੇ, ਸੁਮੇਰ ਪਰਬਤ ਤੇ ਜਾ ਕੇ ਉਹਨਾਂ ਨੂੰ ਸਮਝਾਇਆ, ਸਿੱਧ ਛਿਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਤਾਂ ਕਰਕੇ ਗੁਰੂ ਸਾਹਿਬ ਨੇ ਸਮਝਾਇਆ, ਭਾਈ ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਘਰ ਪਰਿਵਾਰ ਵਾਲੇ ਤੁਸੀਂ ਇੱਕ ਨੇਕ ਇਨਸਾਨ ਬਣੋ, ਆਪਣੇ ਮਾਤਾ ਪਿਤਾ ਦੀ ਸੇਵਾ ਕਰੋ। ਇਹ ਸਾਰਿਆਂ ਤੋਂ ਵੱਡਾ ਧਰਮ ਆ, ਇੱਕ ਨੇਕ ਇਨਸਾਨ ਬਣਨਾ ਅਤੇ ਆਪਣੇ ਫਰਜ਼ਾਂ ਦੀ ਪੂਰਤੀ ਕਰਨੀ। ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ, ਸਾਡੀਆਂ ਡਿਊਟੀਆਂ ਲੱਗੀਆਂ, ਉਹਨਾਂ ਨੂੰ ਸੁਚੱਜੇ ਤਰੀਕੇ ਨਾਲ ਨਿਭਾਉਣਾ, ਇਹ ਸਾਧ ਸੰਗਤ ਜੀ ਸਭ ਤੋਂ ਮਹਾਨ ਧਰਮ ਹੈ। ਸੰਜਮ, ਆਪਣੇ ਆਪ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ। ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਉਹਨਾਂ ਯੁੱਗਾਂ ਕਾ ਧਰਮ ਹੈ। ਇਹ ਸਭ ਕੁਝ ਉਹਨਾਂ ਯੁੱਗਾਂ ਵਿੱਚ ਲੋਕੀ ਕਰਦੇ ਸੀ। ਕਲ ਮਹਿ ਕੀਰਤ ਹਰ ਨਾਮਾ। ਪਰ ਹੁਣ ਜਿਹੜਾ ਸਮਾਂ ਚੱਲ ਰਿਹਾ ਨਾ, ਲੜਾਈਆਂ ਝਗੜੇ ਕਲਾ ਕਲੇਸ਼ ਵਾਲਾ, ਇਹਦੇ ਵਿੱਚ ਰੱਬ ਜੀ ਦਾ ਨਾਮ ਜਪਣਾ, ਗੁਰੂ ਦੀ ਬਾਣੀ ਪੜ੍ਹਨੀ, ਗੁਰੂ ਦੀ ਸਿੱਖਿਆ ਲੈਣੀ, ਇਹ ਕੰਮ ਸਭ ਤੋਂ ਸ੍ਰੇਸ਼ਟ ਆ ਅਤੇ ਮਹਾਨ ਆ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ। ਜਿਹੜੇ ਭਾਈ ਤੁਸੀਂ ਯੁੱਗਾਂ ਨੂੰ ਮੰਨਣ ਵਾਲੇ ਹੋ, ਤੁਸੀਂ ਆਪੇ ਕਹਿੰਦੇ ਹੋ ਵੀ ਫਲਾਣੇ ਯੁੱਗ 'ਚ ਲੋਕੀ ਇਸ ਤਰ੍ਹਾਂ ਕਰਦੇ ਹੁੰਦੇ ਸੀ, ਇਸ ਤਰ੍ਹਾਂ। ਉਹ ਫਿਰ ਯੁੱਗ ਬਦਲ ਗਏ ਨਾ ਤੁਹਾਡੇ ਕਹਿਣ ਦੇ ਅਨੁਸਾਰ, ਤੇ ਨਾਲ ਦੀ ਨਾਲ ਫਿਰ ਹੁਣ ਸਮਾਂ ਵੀ ਬਦਲ ਗਿਆ। ਚਾਹੇ ਤੁਸੀਂ 4 ਵੇਦ ਪੜ੍ਹ ਕੇ ਵੇਖ ਲਓ, 18 ਪੁਰਾਣ ਪੜ੍ਹ ਕੇ ਵੇਖ ਲਓ, ਉਹਨਾਂ ਨੂੰ ਘੋਖ ਕੇ ਵੇਖ ਲਓ,
ਤਾਂ ਕਰਕੇ ਉਹਨਾਂ ਯੁੱਗਾਂ ਦੇ ਵਿੱਚ ਆਪੋ ਆਪਣਾ ਕਰਮ ਸੀ। ਗੁਰਮੁਖ ਜਿਨੀ ਤੇ ਆਇਆ ਹਰ ਹਰ, ਜਗ ਤੇ ਪੂਰੇ ਪਰਵਾਨਾ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਰਾਹੀਂ ਸਦਾ ਹਰੇ ਭਰੇ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਇਆ, ਉਹ ਪ੍ਰਵਾਨ ਹੋ ਗਏ। ਉਹਨਾਂ ਦੇ ਉੱਤੇ ਗੁਰੂ ਸਾਹਿਬ ਜੀ ਦੀ ਖੁਸ਼ੀ ਹੋਈ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ। ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਪ੍ਰੀਤ ਲਾਇਆ ਕਰੋ, ਇਹਦੇ ਨਾਲ ਮਨ ਵਿੱਚੋਂ ਹਉਮੈ ਹੰਕਾਰ ਚਲਿਆ ਜਾਵੇਗਾ। ਕਹਿਤ ਸੁਣਤ ਸਭੇ ਸੁਖ ਪਾਵਹਿ, ਮਾਨਤ ਪਾਹੇ ਨਿਧਾਨਾ। ਜਿਹੜੇ ਗੁਰੂ ਦੀ ਸਿੱਖਿਆ ਨੂੰ ਕਹਿਣਗੇ, ਜਿਹੜੇ ਸੁਣਨਗੇ, ਉਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਉਹਨਾਂ ਦੇ ਅੰਦਰ ਸਕੂਨ ਪੈਦਾ ਹੋ ਜਾਏਗਾ। ਉਹਨਾਂ ਦੇ ਜਿਹੜਾ ਮਨ ਆ ਉਹਦੀ ਭਟਕਣਾ ਖਤਮ ਹੋ ਜਾਏਗੀ, ਉਹ ਸਥਿਰ ਹੋ ਜਾਣਗੇ। ਜਿਹੜੇ ਗੁਰੂ ਦੀ ਸਿੱਖਿਆ ਨੂੰ ਕਹਿਣਗੇ, ਸੁਣਨਗੇ। ਮਾਨਤ ਪਾਹੇ ਨਿਧਾਨਾ। ਜਿਹੜੇ ਗੁਰੂ ਦਾ ਹੁਕਮ ਮੰਨਣਗੇ, ਉਹਨਾਂ ਦੇ ਉੱਤੇ ਸਤਿਗੁਰੂ ਜੀ ਪ੍ਰਸੰਨ ਹੋਣਗੇ। ਇਹ ਸਾਧ ਸੰਗਤ ਜੀ ਪਾਵਨ ਉਪਦੇਸ਼ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਦੇ ਵਿੱਚ ਬਖਸ਼ਿਸ਼ ਕੀਤੇ ਹਨ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ। ਸ਼ਾਮ ਨੂੰ 4:30 ਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਆਪਾਂ ਸਾਧ ਸੰਗਤ ਜੀ ਪੜਾਂਗੇ। ਸ਼ਹੀਦਾਨੇ ਵਫਾ ਦੇ ਵਿੱਚੋਂ ਹਕੀਮ ਅੱਲਾ ਯਾਰ ਖਾਂ ਯੋਗੀ ਦੀ ਰਚਨਾ ਹੈ। ਉਹਦੇ ਵਿੱਚੋਂ ਵੀ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੁਸ਼ਮਣਾਂ ਨੇ ਸੁਨੇਹਾ ਭੇਜਿਆ ਵੀ ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਇੱਥੋਂ ਚਲੇ ਜਾਓ। ਤੇ ਇੱਥੇ ਸਾਧ ਸੰਗਤ ਜੀ ਕਥਾ ਵਿਚਾਰਾਂ ਦੀ ਸਮਾਪਤੀ ਹੈ। ਅਰਥ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਤੇ ਕਿਰਪਾ ਕਰਨ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।